ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਚੈ ਤ੍ਰਿਭੁਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਾ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਗਿਆਨ ਧਿਆਨ ਕਿਸ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਸ ਕਰਮ ਨ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਣੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਣੀ। ਵਾਹਿਗੁਰੂ ਸਾਹਿਬ ਜੀ। ਧਿਆਨ ਲਗਾਏ ਠਗਿਓ ਸਭ ਲੋਗਨ ਸੀਸ ਜਟਾ ਨਖ ਹਾਥ ਵਢਾਏ ਲਾਏ ਵਿਭੂਤ ਫਿਰਿਓ ਮੁਖ ਉਪਰ ਦੇਵ ਅਦੇਵ ਸਭੈ ਡਹਿਕਾਏ ਲੋਭ ਕੇ ਲਾਗੈ ਫਿਰਿਓ ਘਰ ਹੀ ਘਰ ਜੋਗ ਕੇ ਨਿਆਸ ਸਭੈ ਬਿਸਰਾਏ ਲਾਜ ਗਈ ਕਛ ਕਾਜ ਸਰਿਓ ਨਹਿ ਪ੍ਰੇਮ ਬਿਨਾ ਪ੍ਰਭ ਪਾਨ ਨ ਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਹੋਈ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੱਜ 10ਵਾਂ ਦਿਨ ਹੈ ਸਤਿਗੁਰੂ ਮਹਾਰਾਜ ਜੀ ਦੀ ਪਵਿੱਤਰ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ ਔਰ ਸੰਗਤਾਂ ਰੋਜ਼ ਸਮੇਂ ਸਿਰ ਪਹੁੰਚ ਕੇ ਕਲਗੀਧਰ ਪਿਤਾ ਜੀ ਦੇ ਉਚਾਰਨ ਕੀਤੇ ਹੋਏ ਇਹਨਾਂ ਪਾਵਨ ਸਵਈਆਂ ਦਾ ਪਾਠ ਔਰ ਵਿਆਖਿਆ ਸਰਵਣ ਕਰਦੀਆਂ ਹਨ। ਸਤਿਗੁਰਾਂ ਦੀ ਸਾਰੀ ਬਾਣੀ ਭਾਵੇਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਹੈ, ਭਾਵੇਂ ਦਸਮ ਜੀ ਦੀ ਹੈ, ਭਾਵੇਂ ਸਰਬਲੋਕ ਪ੍ਰਕਾਸ਼ ਦੀ ਹੈ, ਜਾਂ ਭਾਈ ਸਾਹਿਬ ਭਾਈ ਗੁਰਦਾਸ ਜੀ, ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਬਾਣੀ ਹੈ, ਸਾਰੀ ਬਾਣੀ ਦਾ ਨਿਸ਼ਾਨਾ ਮਿਸ਼ਨ ਮਕਸਦ ਇੱਕੋ ਹੀ ਹੈ ਕਿ ਜੀਵ ਆਤਮਾ ਪਰਮਾਤਮਾ ਵਿੱਚ ਅਭੇਦ ਹੋ ਜਾਵੇ। ਵੱਖੋ ਵੱਖ ਤਰੀਕਿਆਂ ਨਾਲ ਜੁਗਤੀਆਂ ਨਾਲ ਗੁਰੂ ਸਾਹਿਬ ਜੀ ਨੇ ਜੀਵਨ ਯਾਤਰਾ ਨੂੰ ਸਫਲ ਕਰਨ ਵਾਸਤੇ ਮਾਰਗਦਰਸ਼ਕ ਬਣ ਕੇ ਸਾਡਾ ਮਾਰਗਦਰਸ਼ਨ ਕੀਤਾ ਹੈ। ਜਦੋਂ ਕੋਈ ਰੱਬ ਦੇ ਰਾਹ 'ਤੇ ਤੁਰਦਾ ਹੈ ਤੇ ਕਈ ਵਾਰ ਉਹਦੇ ਪੈਰ ਉਖੜਦੇ ਹਨ। ਇਹ ਮੰਜ਼ਿਲ ਬਹੁਤ ਦੂਰ ਹੈ, ਸਭ ਤੋਂ ਜ਼ਿਆਦਾ ਕਠਿਨ ਰਸਤਾ ਇਹੀ ਹੈ। ਸੰਸਾਰ ਦੇ ਕਿਸੇ ਕੋਨੇ 'ਤੇ ਵੀ ਜਾਣਾ ਹੋਵੇ, ਜਾਣ ਵਾਸਤੇ ਹਾਥੀ ਘੋੜੇ ਮੋਟਰਸਾਈਕਲ ਕਾਰਾਂ ਬੱਸਾਂ ਟਰੱਕ ਅਤੇ ਹਵਾਈ ਜਹਾਜ਼ ਵੀ ਹਨ, ਪਰ ਰੱਬ ਦੇ ਕੋਲ ਜਾਣ ਵਾਸਤੇ ਇਹੋ ਜਿਹਾ ਕੋਈ ਸਾਧਨ ਨਹੀਂ ਬਣਿਆ। ਇਹ ਪੈਂਡਾ ਕੇਵਲ ਤੇ ਕੇਵਲ ਗੁਰੂ ਦੀ ਕਿਰਪਾ ਨਾਲ ਹੀ ਤੈਅ ਹੁੰਦਾ ਹੈ। ਇਸ ਰਸਤੇ ਵਿੱਚ ਸ਼ਬਦ ਦੀ ਸਵਾਰੀ ਕਰਨੀ ਪੈਂਦੀ ਹੈ। ਵਾਹਿਗੁਰੂ 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 ਜਪਦੇ ਹੋਏ ਪਹੁੰਚੀਦਾ ਹੈ। ਔਰ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਨੇ। ਇੱਕ ਦਿੱਕਤ ਇਹ ਵੀ ਹੁੰਦੀ ਹੈ ਵੀ ਜਦੋਂ ਬੰਦਾ ਨਾਮ ਜਪਣ ਲੱਗਦਾ ਉਹਦੀ ਸੋਭਾ ਹੋਣ ਲੱਗ ਜਾਂਦੀ ਹੈ, ਅਤੇ ਸੋਭਾ ਹੋਣ ਲੱਗਦੀ ਹੈ ਅਤੇ ਉਹ ਆਪਣੀ ਵਡਿਆਈ ਦੇ ਚੱਕਰ 'ਚ ਪੈ ਜਾਂਦਾ ਹੈ, ਹਉਮੈ ਆ ਜਾਂਦੀ ਹੈ।
ਉਹ ਫਿਰ ਇਹੋ ਜਿਹਾ ਅਡੰਬਰ ਕਰਨ ਲੱਗ ਜਾਂਦਾ ਜਿਹਦੇ ਨਾਲ ਦੁਨੀਆ ਉਹਨੂੰ ਮੰਨਦੀ ਰਹੇ, ਉਹਦੀ ਪੂਜਾ ਅਤੇ ਪ੍ਰਤਿਸ਼ਠਾ ਮਾਣ ਸਤਿਕਾਰ ਬਣਿਆ ਰਹੇ। ਉਹਨਾਂ ਲੋਕਾਂ ਦਾ ਵੀ ਗੁਰੂ ਕਲਗੀਧਰ ਜੀ ਇੱਥੇ ਜ਼ਿਕਰ ਕਰ ਰਹੇ ਨੇ। ਪਹਿਲਾਂ ਜ਼ਿਕਰ ਕੀਤਾ ਹੈ ਜਿਹੜੇ ਬਹੁਤ ਦੇਵਤਿਆਂ ਨੂੰ ਪੂਜਣ ਲੱਗ ਪਏ ਸਨ, ਸੱਚੇ ਵਾਹਿਗੁਰੂ ਨੂੰ ਛੱਡ ਕੇ ਪਹਿਲਾਂ ਤਾਂ ਸਵਈਏ ਆਰੰਭ ਕੀਤੇ ਪਰਮੇਸ਼ਰ ਦੀ ਸਿਫਤ ਤੋਂ। ਫਿਰ ਮਹਾਰਾਜ ਨੇ ਦੱਸਿਆ ਵੀ ਪਰਮੇਸ਼ਰ ਨੂੰ ਛੱਡ ਕੇ ਤੁਸੀਂ ਕਿਹਨਾਂ ਨੂੰ ਪੂਜ ਰਹੇ ਹੋ। ਟਾਹਣੀਆਂ ਨੂੰ, ਪੱਤਿਆਂ ਨੂੰ ਪਾਣੀ ਦੇਈ ਜਾਂਦੇ ਹੋ, ਜੜ ਦੀ ਪੂਜਾ ਨਹੀਂ ਕਰਦੇ। ਜੜ ਤਾਂ ਸਾਰਿਆਂ ਦਾ ਮੂਲ ਤਾਂ ਪਰਮੇਸ਼ਰ ਹੈ। ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਹੈ, ਜੋਤੀ ਸਰੂਪ ਹੈ। ਹੁਣ ਮਹਾਰਾਜ ਦੱਸਦੇ ਆ ਵੀ ਕਈ ਲੋਕ ਧਿਆਨ ਲਾ ਕੇ, ਸਮਾਧੀਆਂ ਲਾ ਕੇ ਬਹਿੰਦੇ ਨੇ, ਬੜੇ ਬੜੇ ਅਡੰਬਰ ਕੀਤੇ ਹੋਏ ਨੇ, ਸਿਰ ਦੀਆਂ ਜਟਾਂ ਬੜੀਆਂ ਲੰਮੀਆਂ ਕੀਤੀਆਂ ਹੋਈਆਂ ਨੇ, ਹੱਥਾਂ ਦੇ ਨੋਹ ਬੜੇ ਬੜੇ ਲੰਬੇ ਵਧਾਏ ਹੋਏ ਨੇ, ਪਿੰਡੇ ਤੇ ਸੁਆਹ ਮੜੀ ਹੋਈ ਹੈ। ਵਿਖਾਵਾ ਕਰ ਰਹੇ ਨੇ ਕਿ ਅਸੀਂ ਰੱਬ ਦੇ ਬੰਦੇ ਹਾਂ, ਰੱਬ ਦੇ ਧਰਮੀ ਇਨਸਾਨ ਹਾਂ, ਪਰੰਤੂ ਅੰਦਰ ਲੋਭ ਲਾਲਚ ਤ੍ਰਿਸ਼ਨਾ ਹੈ। ਰੋਟੀਆਂ ਕਾਰਨ ਪੂਰਾ ਹੈ ਤਾਲ। ਜੋ ਕੁਝ ਕਰ ਰਹੇ ਨੇ ਕਰ ਪੈਸੇ ਵਾਸਤੇ, ਰੋਟੀ ਵਾਸਤੇ ਰਹੇ ਨੇ, ਰੱਬ ਵਾਸਤੇ ਨਹੀਂ ਕਰ ਰਹੇ। ਇਸ ਨੂੰ ਦੰਭ ਕਹਿੰਦੇ ਹਨ, ਪਖੰਡ ਕਹਿੰਦੇ ਹਨ। ਧਰਮ ਦਾ ਆਚਰਣ ਕਰਨਾ ਇੱਕ ਤਾਂ ਹੁੰਦਾ ਰੱਬ ਦੇ ਵਾਸਤੇ, ਇੱਕ ਹੁੰਦਾ ਵਿਖਾਵੇ ਦੇ ਵਾਸਤੇ, ਪੇਟ ਪਾਲਣ ਵਾਸਤੇ। ਰੱਬ ਦੇ ਵਾਸਤੇ ਕੋਈ ਕਰਦਾ ਹੈ, ਪੇਟ ਪਾਲਣ ਵਾਸਤੇ ਬਹੁਤੇ ਕਰਦੇ ਹਨ। ਸੋ ਗੁਰੂ ਸਾਹਿਬ ਜੀ ਨੇ ਅੱਜ ਉਹਨਾਂ ਲੋਕਾਂ ਦਾ ਵੀ ਇੱਥੇ ਜ਼ਿਕਰ ਕੀਤਾ ਜੀ। ਪਿਆਰ ਨਾਲ ਸਾਰੀ ਸੰਗਤ ਸਰਵਣ ਕਰੋ। ਆਪਣੀ ਆਪਣੀ ਰਸਨਾ ਨੂੰ ਗੁਰੂ ਦੇ ਨਾਲ ਜੋੜਨ ਵਾਸਤੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਫਿਰ ਪਵਿੱਤਰ ਕਰੋ ਰਸਨਾ, ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਿਆਨ ਲਗਾਏ ਠਗਿਓ ਸਭ ਲੋਗਨ। ਮਹਾਰਾਜ ਕਲਗੀਧਰ ਪਿਤਾ ਜੀ ਕਹਿੰਦੇ ਆ ਕਿ ਅੱਖਾਂ ਮੀਚ ਕੇ ਧਿਆਨ ਲਾ ਕੇ ਬੈਠ ਗਏ। ਪਦਮ ਆਸਣ ਜਾਂ ਸਿੱਧ ਆਸਣ ਲਾ ਕੇ ਕਿਸੇ ਧਰਮ ਸਥਾਨ 'ਤੇ, ਮੰਦਰ ਗੁਰਦੁਆਰੇ ਵਿੱਚ, ਧਰਮਸ਼ਾਲਾ ਵਿੱਚ ਬੈਠ ਗਏ, ਜਾਂ ਕਿਸੇ ਦਰਖਤ ਦੇ ਥੱਲੇ ਚੌਂਕੜਾ ਮਾਰ ਕੇ ਬੈਠ ਗਏ, ਪਰ ਬੈਠੇ ਉਸ ਥਾਂ 'ਤੇ ਜਿੱਥੇ ਲੋਕ ਦੇਖਦੇ ਹੋਣ। ਧਿਆਨ ਲਾਉਣਾ ਮਾੜੀ ਗੱਲ ਨਹੀਂ, ਪਰ ਧਿਆਨ ਲਾਇਆ ਕਾਹਦੇ ਵਾਸਤੇ ਹੈ? ਰੱਬ ਵਾਸਤੇ ਲਾਇਆ ਹੈ ਕਿ ਲੋਕਾਂ ਨੂੰ ਦਿਖਾਉਣ ਵਾਸਤੇ ਲਾਇਆ? ਧਿਆਨ ਲਾਇਆ, ਅੱਖਾਂ ਬੰਦ ਕੀਤੀਆਂ, ਅਤੇ ਧਿਆਨ ਇਸੇ ਕੰਮ ਵਿੱਚ ਹੈ ਵੀ ਲੋਕ ਜਿਹੜੇ ਨੇ ਉਹ ਮੇਰੀ ਪੂਜਾ ਕਰਨ। ਲੋਕ ਕਹਿਣ ਬੜਾ ਬਾਬਾ ਧਿਆਨ ਲਾ ਕੇ ਬੈਠਾ, ਇਹਦੀ ਸੇਵਾ ਕਰੀਏ, ਕੋਈ ਮਾਇਆ ਦਈਏ ਇਹਨੂੰ ਕੋਈ ਰੋਟੀ ਪ੍ਰਸ਼ਾਦਾ ਛਕਾਈਏ। ਇਸ ਤਰ੍ਹਾਂ ਧਿਆਨ ਲਾ ਕੇ ਬੈਠ ਗਏ। ਆਪਣੇ ਪੇਟ ਪਾਲਣ ਦਾ ਇਰਾਦਾ ਰੱਖਿਆ, ਨਿਸ਼ਾਨਾ ਪਰਮੇਸ਼ਰ ਦੀ ਪ੍ਰਾਪਤੀ ਦਾ ਨਹੀਂ ਰੱਖਿਆ। ਧਿਆਨ ਲਗਾਏ ਠੱਗਿਓ ਸਭ ਲੋਗਨ। ਸਾਰੀ ਦੁਨੀਆ ਨੂੰ ਠੱਗ ਲਿਆ। ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਲਾਹੌਰ ਗਏ ਨੇ, ਰਾਵੀ ਦੇ ਕੰਢੇ 'ਤੇ ਪਾਤਸ਼ਾਹ ਨੇ ਜਾ ਕੇ ਆਸਣ ਲਾਇਆ। ਉੱਥੇ ਗੁਰੂ ਸਾਹਿਬ ਜੀ ਨੇ ਇੱਕ ਬ੍ਰਾਹਮਣ ਦੇਖਿਆ ਜੋ ਸਾਹਮਣੇ ਸਾਲਗ੍ਰਾਮ ਦੀ ਮੂਰਤੀ ਰੱਖ ਕੇ ਉਹਦੀ ਪੂਜਾ ਕਰ ਰਿਹਾ ਸੀ। ਭਗਵਾਨ ਨੂੰ ਦੁੱਧ ਦਾ, ਦਹੀਂ ਦਾ ਭੋਗ ਲਾ ਕੇ, ਲੱਸੀ ਦਾ ਭੋਗ ਲਾ ਕੇ, ਪੂਰੀ ਮਰਿਆਦਾ ਪੂਰੀ ਕਰਕੇ, ਅਤੇ ਉਹਦੇ ਸਾਹਮਣੇ ਉਹ ਧਿਆਨ ਲਾ ਕੇ, ਸਮਾਧੀ ਲਾ ਕੇ ਬੈਠਾ ਹੋਇਆ ਸੀ। ਇੱਦਾਂ ਬੈਠਾ ਸੀ ਵੀ ਦੇਖਣ ਵਾਲੇ ਕਹਿਣ ਵੀ ਬਹੁਤ ਭਗਵਾਨ ਦਾ ਪੱਕਾ ਭਗਤ ਹੈ। ਜਿਹੜਾ ਵੀ ਆਉਂਦਾ ਸੀ ਉਹਦੇ ਅੱਗੇ, ਜਿੱਥੇ ਉਹ ਭਗਵਾਨ ਜੀ ਦੀ ਮੂਰਤੀ ਰੱਖੀ ਸੀ, ਮੂਰਤੀ ਦੇ ਅੱਗੇ ਉਹ ਥੋੜ੍ਹਾ ਜਿਹਾ ਮਾਇਆਵੀ ਲੋਕ ਮੱਥਾ ਟੇਕ ਜਾਂਦੇ ਸਨ, ਅਤੇ ਉਹਦੇ ਵਾਸਤੇ ਉਹਨੇ ਇੱਕ ਡੱਬਾ ਜਿਹਾ, ਇੱਕ ਗੋਲਕ ਰੱਖੀ ਹੋਈ ਸੀ, ਉਹਦੇ 'ਚੋਂ ਮਾਇਆ ਪਵਾਈ ਜਾਂਦਾ ਸੀ। ਆਪ ਸਮਾਧੀ ਲਾ ਕੇ ਬੈਠਾ ਸੀ।
ਤੇ ਉਹਨੇ ਇਹ ਪ੍ਰਸਿੱਧ ਕੀਤਾ ਹੋਇਆ ਸੀ, ਮਸ਼ਹੂਰ ਕੀਤੀ ਹੋਈ ਸੀ ਗੱਲ ਵੀ ਜਦੋਂ ਮੈਂ ਧਿਆਨ ਲਾ ਕੇ ਬੈਠਦਾ ਮੈਨੂੰ ਤ੍ਰਿਲੋਕੀ ਦਿਸਦੀ ਹੈ। ਲਾਹੌਰ ਦੇ ਲੋਕ ਜਿੰਨੇ ਵੀ ਸਨ, ਪੰਜਾਬ ਦੇ ਵਿੱਚੋਂ ਆਉਣ ਵਾਲੇ ਲੋਕ ਉਹਨੂੰ ਚੰਗੀ ਤਰ੍ਹਾਂ ਜਾਣਦੇ ਸਨ। ਲੋਕਾਂ ਦੇ ਵਿੱਚ ਵੀ ਵਿਸ਼ਵਾਸ ਸੀ ਵੀ ਇਸ ਬਾਬੇ ਨੂੰ, ਇਸ ਪੰਡਤ ਨੂੰ ਤਿੰਨਾਂ ਲੋਕਾਂ ਦੇ ਦਰਸ਼ਨ ਹੁੰਦੇ ਆ ਜਦੋਂ ਇਹ ਸਮਾਧੀ ਲਾ ਕੇ ਬੈਠਦਾ ਹੈ। ਉਹ ਇੱਦਾਂ ਇੱਕ ਅੰਗੂਠੇ ਨਾਲ ਤੇ ਇੱਕ ਉਂਗਲੀ ਨਾਲ ਆਪਣੀ ਨੱਕ ਪਕੜ ਲੈਂਦਾ ਸੀ। ਨੱਕ ਪਕੜ ਕੇ ਤੇ ਫਿਰ ਉਹ ਕਹਿੰਦਾ ਸੀ ਹੁਣ ਮੈਨੂੰ ਸਾਰਾ ਕੁਝ ਦਿਸ ਰਿਹਾ ਹੈ, ਸਵਾਸ ਰੋਕ ਕੇ ਮੈਂ ਦੇਖਦਾ ਹਾਂ। ਗੁਰੂ ਸਾਹਿਬ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਉਹਦੇ ਨੇੜੇ ਜਾ ਕੇ ਬੈਠ ਗਏ, ਉਹਦਾ ਪਖੰਡ ਦੇਖ ਲਿਆ, ਜਾਣ ਗਏ ਵੀ ਇਹਦੇ ਅੰਦਰ ਤਾਂ ਕੁਝ ਹੈ ਨਹੀਂ, ਵਿਖਾਵਾ ਹੀ ਹੈ। ਸਤਿਗੁਰਾਂ ਨੇ ਆਪਣੀ ਮਾਇਆ ਨਾਲ, ਆਪਣੀ ਸ਼ਕਤੀ ਨਾਲ ਉਹਦੇ ਸਾਹਮਣੇ ਪਿਆ ਹੋਇਆ ਜਿਹੜਾ ਪੈਸਿਆਂ ਵਾਲਾ ਲੋਟਾ ਸੀ ਉਹ ਚੁੱਕ ਕੇ ਉਹਦੇ ਪਿਛਲੇ ਪਾਸੇ ਛੁਪਾ ਦਿੱਤਾ। ਜਿੱਥੇ ਉਹ ਬੈਠਾ ਸੀ ਉਹਦੇ ਅੱਗੋਂ ਚੱਕ ਕੇ ਪਿੱਛੇ ਰੱਖ ਦਿੱਤਾ। ਜਦੋਂ ਉਹਦੀ ਅੱਖ ਖੁੱਲ੍ਹੀ, ਮਾਇਆ ਵਾਲਾ ਲੋਟਾ ਗਾਇਬ, ਉਹਦੇ ਹੋਸ਼ ਹਵਾਸ ਉੱਡ ਗਏ। ਉਹਨੂੰ ਪੂਜਾ ਕਰਨੀ ਭੁੱਲ ਗਈ, ਧਿਆਨ ਲਾਣਾ ਭੁੱਲ ਗਿਆ, ਇੱਧਰ ਉੱਧਰ ਦੇਖਣ ਲੱਗਾ, ਕਹਿਣ ਲੱਗਾ ਮੇਰਾ ਲੋਟਾ ਕਿਹਨੇ ਚੁੱਕ ਲਿਆ, ਕੌਣ ਚੁਰਾ ਕੇ ਲੈ ਗਿਆ, ਰੌਲਾ ਪਾਉਣ ਲੱਗਾ। ਜਦੋਂ ਉਹ ਬਹੁਤਾ ਹੀ ਘਬਰਾ ਗਿਆ ਤੇ ਰੌਲਾ ਪਾਉਣ ਲੱਗਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਕੋਲ ਆ ਕੇ ਬੈਠ ਗਏ ਤੇ ਕਾਫੀ ਦੁਨੀਆ ਵੀ ਉੱਥੇ ਇਕੱਠੀ ਹੋ ਗਈ। ਮਹਾਰਾਜ ਕਹਿਣ ਲੱਗੇ ਪੰਡਤ ਜੀ ਕੀ ਹੋਇਆ? ਉਹ ਕਹਿੰਦਾ ਜੀ ਮੇਰਾ ਲੋਟਾ ਗੁੰਮ ਗਿਆ। ਮਹਾਰਾਜ ਕਹਿੰਦੇ ਫਿਰ ਕੀ ਹੋ ਗਿਆ? ਪੰਡਤ ਜੀ ਤੁਹਾਨੂੰ ਤਾਂ ਤਿੰਨਾਂ ਲੋਕਾਂ ਦੇ ਦਰਸ਼ਨ ਹੁੰਦੇ ਆ, ਤ੍ਰਿਲੋਕੀ ਦਾ ਗਿਆਨ ਹੈ, ਧਿਆਨ ਲਾ ਕੇ ਦੇਖ ਲਓ ਲੋਟਾ ਕਿੱਥੇ ਹੈ, ਲੱਭ ਜਾਏਗਾ। ਤੁਸੀਂ ਤਾਂ ਦੂਜਿਆਂ ਦੀਆਂ ਚੀਜ਼ਾਂ ਲੱਭਾ ਦਿੰਦੇ ਹੋ, ਤੁਹਾਨੂੰ ਤਾਂ ਸਾਰੀ ਦੁਨੀਆ ਦਿਸਦੀ ਹੈ, ਧਿਆਨ ਲਾ ਕੇ ਦੇਖੋ ਕਿੱਥੇ ਹੈ ਲੋਟਾ। ਹੁਣ ਪੰਡਤ ਹੋਰਾਂ ਨੂੰ ਤੇ ਉਹ ਤਾਂ ਉਹਨਾਂ ਨੇ ਪਖੰਡ ਹੀ ਬਣਾਇਆ ਸੀ, ਉਹਨੂੰ ਕੀ ਪਤਾ ਸੀ ਵੀ ਲੋਟਾ ਕਿੱਥੇ ਹੈ। ਉਹਨੇ ਇੱਕ ਦੋ ਵਾਰੀ ਤਾਂ ਧਿਆਨ ਤੋਂ ਉਹਨੂੰ ਲਾਇਆ ਪਰ ਦਿਸਿਆ ਕੱਖ ਨਾ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਉਹਨਾਂ ਦੇ ਪਿੱਛੋਂ ਦੀ ਲੋਟਾ ਚੁੱਕ ਕੇ ਦੇਤਾ, ਲਓ ਜੀ ਪੰਡਤ ਜੀ ਤੁਹਾਡਾ ਲੋਟਾ ਤੁਹਾਡੇ ਪਿੱਛੇ ਪਿਆ ਹੈ। ਉੱਥੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਉਚਾਰਿਆ ਧਨਾਸਰੀ ਰਾਗ ਦੇ ਵਿੱਚ, ਆਂਟ ਸੇਤੀ ਨਾਕ ਪਕੜੈ। ਆਂਟ ਕਹਿੰਦੇ ਆ ਉਂਗਲ ਨੂੰ ਤੇ ਅੰਗੂਠੇ ਨੂੰ ਇੱਦਾਂ ਪਕੜਨਾ, ਨੱਕ ਨੂੰ। ਆਂਟ ਸੇਤੀ ਨਾਕ ਪਕੜੈ, ਸੂਝਤੇ ਤਿੰਨ ਲੋਭ। ਕਹਿੰਦੇ ਜਦੋਂ ਅਸੀਂ ਆਪਣੀ ਆਂਟ ਨਾਲ ਭਾਵ ਅੰਗੂਠੇ ਨਾਲ ਨੱਕ ਪਕੜਦੇ ਹਾਂ, ਉਂਗਲੀ ਦੇ ਨਾਲ, ਹੱਥ ਦੇ ਨਾਲ, ਤੇ ਸਾਨੂੰ ਤਿੰਨਾਂ ਲੋਕਾਂ ਦੇ ਦਰਸ਼ਨ ਹੁੰਦੇ ਆ। ਮਹਾਰਾਜ ਕਹਿੰਦੇ ਆਂਟ ਸੇਤੀ ਨਾਕ ਪਕੜੈ, ਸੂਝਤੇ ਤਿੰਨ ਲੋ, ਮਗਰ ਪਾਛੈ ਕਛ ਨ ਸੂਝੈ। ਪਿੱਠ ਦੇ ਪਿੱਛੇ ਪਈ ਹੋਈ ਚੀਜ਼ ਨਜ਼ਰ ਨਹੀਂ ਆਉਂਦੀ। ਮਗਰ ਪਾਛੈ ਕਛ ਨ ਸੂਝੈ, ਇਹੋ ਪਦਮ ਅਲੋ। ਇਹ ਕਿਹੋ ਜਿਹਾ ਪਦਮ ਆਸਣ ਹੈ, ਬੜਾ ਅਲੋਕਾਰ ਹੈ, ਬੜਾ ਅਨੋਖਾ ਹੀ ਹੈ। ਪਦਮ ਆਸਣ ਲਾ ਕੇ ਉਹ ਬੈਠਦਾ ਸੀ। ਸੋ ਖਾਲਸਾ ਜੀ, ਸਤਿਗੁਰਾਂ ਨੇ ਉਸ ਨੂੰ ਜਦੋਂ ਇਸ ਤਰ੍ਹਾਂ ਸਮਝਾਇਆ ਤੇ ਉਹ ਪੈਰੀ ਪੈ ਗਿਆ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਪੰਡਤ ਜੀ ਪਖੰਡ ਕਰਕੇ ਆਪਣਾ ਵੀ ਨੁਕਸਾਨ ਕਰ ਰਹੇ ਹੋ, ਦੂਜਿਆਂ ਦਾ ਵੀ ਕਰ ਰਹੇ ਹੋ। ਸੱਚੀ ਭਗਤੀ ਪਰਮੇਸ਼ਰ ਦੀ ਕਰੋ, ਸਭ ਕੁਝ ਪ੍ਰਾਪਤ ਹੋਏਗਾ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਜਿਵੇਂ ਉਹਨਾਂ ਪਖੰਡੀ ਲੋਕਾਂ ਨੂੰ ਜਿਹੜੇ ਧਿਆਨ ਲਾ ਲਾ ਕੇ, ਸਮਾਧੀਆਂ ਲਾ ਲਾ ਕੇ ਲੋਕਾਂ ਨੂੰ ਠੱਗਦੇ ਹੈ, ਸਿੱਧੇ ਰਸਤੇ ਪਾਇਆ। 10ਵੇਂ ਪਾਤਸ਼ਾਹ ਵੀ ਉਹਨਾਂ ਨੂੰ ਸਮਝਾ ਰਹੇ ਨੇ, ਧਿਆਨ ਲਗਾਏ ਠੱਗਿਓ ਸਭ ਲੋਗਨ। ਧਿਆਨ ਲਾ ਕੇ ਸਾਰੇ ਲੋਕਾਂ ਨੂੰ ਠੱਗਦੇ ਹੋ। ਸੀਸ ਜਟਾ ਨਖ ਹੱਥ ਵਢਾਏ। ਸਿਰ ਦੇ ਉੱਤੇ ਵੱਡੀਆਂ ਵੱਡੀਆਂ ਲੰਮੀਆਂ ਜਟਾਂ ਬਣਾਈਆਂ ਹੋਈਆਂ ਨੇ। ਆਪਣੇ ਕੇਸਾਂ ਨੂੰ ਬੋਹੜ ਦਾ ਦੁੱਧ ਲਾ ਲਾ ਕੇ ਉਹਦੀਆਂ ਜਟਾਂ ਬਣਾ ਲੈਂਦੇ।
ਕਈਆਂ ਦੀਆਂ ਜਮਾਂਦਰੂ ਜਟਾਂ ਹੁੰਦੀਆਂ ਨੇ, ਕਈ ਆਪ ਬਣਾਈ ਫਿਰਦੇ। 90-99% ਤਾਂ ਆਪ ਹੀ ਬਣਾਉਂਦੇ ਆ। ਜਮਾਂਦਰੂ ਤਾਂ ਕਿਸੇ ਕਿਸੇ ਦੀਆਂ ਹੁੰਦੀਆਂ ਨੇ। ਉਹ ਜਿਹੜੇ ਆਪ ਬਣਾਉਂਦੇ ਨੇ, ਬੋਹੜ ਦਾ ਦੁੱਧ ਲਾ ਲਾ ਕੇ ਨਾ ਉਹਨੂੰ, ਤੇ ਅੱਗੇ ਦੀ ਅੱਗੇ ਕੇਸ ਜੋੜੀ ਜਾਂਦੇ ਆ, ਜੋੜੀ ਜਾਂਦੇ, ਲੰਮੀਆਂ ਲੰਮੀਆਂ ਕਰੀ ਜਾਂਦੇ। ਫਿਰ ਉਹ ਜਟਾ ਦੇ ਸਿਰ ਦੇ ਉੱਤੇ ਵੱਡੇ ਵੱਡੇ ਜੂੜੇ ਬਣਾ ਕੇ ਬੰਨ੍ਹ ਕੇ ਰੱਖਦੇ ਆ। ਸੀਸ ਜਟਾ, ਸਿਰ ਦੇ ਉੱਤੇ ਲੰਮੀਆਂ ਲੰਮੀਆਂ ਜਟਾਂ ਹਨ। ਨਖ ਹਾਥ ਵਢਾਏ, ਨਖ ਨਾਮ ਹੈ ਨੂੰਹਾਂ ਦਾ। ਜਿਹੜੇ ਨੂੰਹ ਹਨ ਇਹ ਆਪਣੇ ਹੱਥਾਂ ਦੇ ਉਹ ਲੰਮੇ ਲੰਮੇ ਕੀਤੇ ਹੋਏ। ਜਦੋਂ ਸਾਧ ਸੰਗਤ ਜੀ ਕਦੀ ਕੁੰਭ ਦੇ ਮੇਲੇ 'ਤੇ ਜਾਈਏ ਨਾ, ਹਰਿਦੁਆਰ ਜਾਂ ਉੱਥੇ ਪ੍ਰਯਾਗ, ਉੱਥੇ ਬੜੇ ਅਜੀਬੋ ਗਰੀਬ ਲਿਬਾਸਾਂ ਵਾਲੇ ਸਾਧੂ ਆਉਂਦੇ ਆ। ਕਈ ਤਾਂ ਉਹਨਾਂ ਵਿੱਚ ਮਹਾਂਪੁਰਸ਼ ਕਰਨੀ ਵਾਲੇ, ਸੱਚੀ ਭਾਵਨਾ ਵਾਲੇ ਵੀ ਹੁੰਦੇ ਆ, ਪਰ ਬਹੁਤੇ ਜਿਹੜੇ 90-99% ਉਹ ਵਿਖਾਵੇ ਵਾਲੇ ਹੁੰਦੇ ਆ। ਕਿਉਂਕਿ ਬੀਜ ਨਾਸ ਕਿਸੇ ਚੀਜ਼ ਦਾ ਨਹੀਂ ਹੁੰਦਾ। ਚੰਗੇ ਮਾੜੇ ਸਾਰੀਆਂ ਸੰਪਰਦਾਵਾਂ 'ਚ ਹੁੰਦੇ। ਸਾਰੇ ਪਖੰਡੀ ਨਹੀਂ ਹੁੰਦੇ, ਸਾਰੇ ਸੱਚੇ ਨਹੀਂ ਹੁੰਦੇ। ਪਰ ਜਿਹੜੇ ਪਖੰਡ ਕਰਨ ਵਾਲੇ ਹੁੰਦੇ ਨਾ, ਉਹ ਉੱਥੇ ਬਹਿੰਦੇ ਆ ਜਿੱਥੇ ਲੋਕਾਂ ਦੀ ਨਜ਼ਰ ਪਵੇ। ਸੜਕ ਦੇ ਉੱਤੇ ਨੇੜੇ ਤੇੜੇ ਜਿੱਥੋਂ ਲੋਕਾਂ ਨੇ, ਮੇਲੇ ਵਾਲਿਆਂ ਨੇ ਲੰਘਣਾ ਹੈ, ਉੱਥੇ ਉਹ ਆਪਣਾ ਆਡੰਬਰ ਕਰਕੇ ਬੈਠੇ ਹੁੰਦੇ। ਆਪਣੀਆਂ ਜਟਾਂ ਪਸਾਰ ਕੇ ਬਹਿ ਜਾਣਗੇ, ਧੂਣਾ ਲਾ ਕੇ ਬਹਿ ਜਾਣਗੇ। ਕਈ ਬਹੁਤ ਆਪਣੇ ਨਹੁੰ ਬੜੇ ਲੰਬੇ ਕੀਤੇ ਹੁੰਦੇ। ਰਾਜਸਥਾਨ ਦੇ ਵਿੱਚ ਇੱਕ ਬੰਦੇ ਨੇ 10 ਫੁੱਟ ਆਪਣੇ ਨਹੁੰ ਲੰਬੇ ਕੀਤੇ ਹੋਏ। 10 ਫੁੱਟ ਬੰਦੇ ਦਾ ਕੱਦ ਨਹੀਂ ਹੁੰਦਾ। ਕਈ ਸਾਲ ਕਹਿੰਦਾ ਮੈਂ ਨਹੁੰ ਕੱਟੇ ਹੀ ਨਹੀਂ। ਉਹ ਕਈ ਵਾਰੀ ਝੜਨ ਜੇ ਲੱਗ ਜਾਂਦੇ, ਉਹਨੂੰ ਪਤਾ ਨਹੀਂ ਕੀ ਕੈਮੀਕਲ ਜਿਹਾ ਲਾ ਕੇ ਜੋੜ ਕੇ ਰੱਖਦੇ ਆ ਵੀ ਟੁੱਟ ਨਾ ਜਾਣ। ਬੜੇ ਲੰਬੇ ਨਹੁੰ ਕੀਤੇ ਹੋਏ। ਮਹਾਰਾਜ ਕਹਿੰਦੇ ਇਸ ਤਰ੍ਹਾਂ ਸੀਸ ਜਟਾ, ਸਿਰ 'ਤੇ ਜਟਾ ਵਧਾ ਲੈਂਦੇ ਹਨ। ਨਖ ਹਾਥ ਵਢਾਏ, ਹੱਥ ਦੇ ਨਹੁੰ ਵਧਾ ਲੈਂਦੇ ਹਨ। ਲਾਏ ਬੇਭੂਤ ਫਿਰਿਓ ਮੁਖ ਉਪਰ, ਔਰ ਪਿੰਡੇ ਸਾਰੇ ਤੇ ਮੂੰਹ ਤੇ ਵਿਭੂਤੀ ਸੁਆਹ ਮਲ ਲਈ, ਸੁਆਹ ਮਲ ਕੇ ਫਿਰਦੇ ਹਨ। ਸੁਆਹ ਮਲਣ ਦਾ ਤਾਂ ਮਕਸਦ ਜਿਹੜਾ ਵਿਦਵਾਨਾਂ ਨੇ, ਮਹਾਂਪੁਰਸ਼ਾਂ ਨੇ ਦੱਸਿਆ ਹੈ, 2 ਕਾਰਨ ਦੱਸੇ ਨੇ। ਇੱਕ ਤਾਂ ਸੁਆਹ ਮਲਣ ਦਾ ਇਹ ਕਾਰਨ ਦੱਸਿਆ ਬਈ ਜਿਹੜਾ ਬੰਦਾ ਸੁਆਹ ਮਲ ਲਿਆ, ਉਹਨੇ ਸਮਝੋ ਉਹਦੇ ਅੰਦਰ ਦੀ ਸਾਰੀ ਅੱਗ ਬੁਝ ਗਈ। ਕਿਉਂਕਿ ਅੱਗ ਬੁਝੀ ਤਾਂ ਹੀ ਸੁਆਹ ਬਣੀ ਹੈ। ਰਾਖ ਬਣਦੀ ਉਦੋਂ ਹੈ ਜਦੋਂ ਅੱਗ ਠੰਡੀ ਹੁੰਦੀ ਹੈ, ਬੁਝ ਜਾਂਦੀ ਹੈ। ਜੇ ਅੱਗ ਬਲਦੀ ਉਹ 'ਚ ਸੁਆਹ ਨਹੀਂ ਹੁੰਦੀ। ਜਦੋਂ ਉਹ ਠੰਡੇ ਹੋ ਜਾਂਦੇ ਆ, ਗੋਹੇ ਹੋਣ ਭਾਵੇਂ ਲੱਕੜੀ ਹੋਵੇ, ਉਹ ਠੰਡੀ ਹੁੰਦੀ ਜਾਂਦੀ, ਸੁਆਹ ਬਣਦੀ ਜਾਂਦੀ। ਪਿੰਡੇ 'ਤੇ ਸੁਆਹ ਮਲਣ ਦਾ ਮਤਲਬ ਹੈ ਵੀ ਅੰਦਰ ਦੀਆਂ ਸਾਰੀਆਂ ਵਾਸ਼ਨਾਵਾਂ, ਆਸਾ, ਮਨਸਾ, ਤ੍ਰਿਸ਼ਨਾ ਦੀ ਅੱਗ ਬੁਝ ਗਈ। ਹੁਣ ਬਿਲਕੁਲ ਸ਼ਾਂਤ ਹੋ ਗਏ। ਦੂਸਰਾ ਸੁਆਹ ਮਲਣ ਦਾ ਇੱਕ ਕਾਰਨ ਇਹ ਵੀ ਹੈ ਵੀ ਜਿਹੜੇ ਸਾਧੂ ਲੋਕ ਜੰਗਲ 'ਚ ਰਹਿ ਕੇ ਤਪੱਸਿਆ ਕਰਦੇ ਨੇ, ਉੱਥੇ ਕੱਪੜਾ ਉਹਨਾਂ ਨੇ ਕੋਈ ਪਾਉਣਾ ਨਹੀਂ। ਕੱਪੜਾ ਹੁੰਦਾ ਵੀ ਨਹੀਂ ਸੀ ਤੇ ਕੱਪੜਾ ਪਾਉਂਦੇ ਵੀ ਨਹੀਂ ਸੀ। ਇੱਕ ਲੰਗੋਟ ਮਾੜਾ ਮੋਟਾ ਰੱਖਦੇ ਸੀ। ਕਈ ਉਹ ਵੀ ਬਿਲਕੁਲ ਨੰਗੇ ਰਹਿੰਦੇ ਸੀ। ਉਹ ਜਿਹੜੀ ਸੁਆਹ ਹੁੰਦੀ ਹੈ ਨਾ, ਉਹ ਪਿੰਡੇ 'ਤੇ ਮਲਣ ਦੇ ਨਾਲ, ਰਾਖ ਮਲਣ ਦੇ ਨਾਲ, ਜਿਹੜੇ ਸਰੀਰ ਦੇ ਅੰਦਰੋਂ ਛੇਕ ਹਨ ਨਾ ਬਾਹਰ, ਉਹ ਜਿਹੜੇ ਉਹ ਮਸਾਮ ਬੰਦ ਹੋ ਜਾਂਦੇ ਆ। ਅਤੇ ਉਹਨਾਂ ਕਰਕੇ ਜਦੋਂ ਮਸਾਮ ਬੰਦ ਹੋ ਜਾਂਦੇ ਆ, ਸਰਦੀ ਨਹੀਂ ਲੱਗਦੀ, ਠੰਡ ਨਹੀਂ ਲੱਗਦੀ। ਇਹ ਤੁਸੀਂ ਕਦੀ ਦੇਖ ਲੈਣਾ ਬਈ ਕਈ ਵਾਰੀ ਆਪਾਂ ਵੀ ਮੇਲਿਆਂ 'ਤੇ ਗਏ ਹੋਈਏ, ਫਤਿਹਗੜ੍ਹ ਸਾਹਿਬ, ਉੱਥੇ ਬੜੀ ਠੰਡ ਹੁੰਦੀ ਹੈ ਅਤੇ ਕਈ ਵਾਰੀ ਸਾਰੀ ਰਾਤ ਚੰਡੇ 'ਤੇ ਬਹਿ ਕੇ ਕੱਟਣੀ ਪੈਂਦੀ ਹੈ। ਉਹ ਗਰਮ ਗਰਮ ਸੁਆਹ ਹੱਥਾਂ ਨੂੰ ਲਾ ਲਈਏ ਨਾ, ਅਤੇ ਹੱਥਾਂ ਨੂੰ ਠੰਡ ਨਹੀਂ ਲੱਗਦੀ, ਕਿਉਂਕਿ ਉਹ ਮਸਾਮ ਬੰਦ ਹੋ ਜਾਂਦੇ ਆ। ਜਿੱਥੇ ਸੁਆਹ ਲੱਗੀ ਹੁੰਦੀ ਹੈ ਉੱਥੇ ਠੰਡ ਨਹੀਂ ਲੱਗਦੀ। ਇਸ ਕਰਕੇ ਪਿੰਡੇ 'ਤੇ ਸੁਆਹ ਮਲ ਲੈਂਦੇ ਸੀਗੇ ਸਾਧੂ। ਉਹਨਾਂ ਦੀ ਤਾਂ ਮਜਬੂਰੀ ਸੀ, ਪਰ ਜਿਹੜੇ ਵਿਖਾਵੇ ਵਾਲੇ ਨੇ ਉਹ ਮੁਆਨ ਚੰਗੀ ਤਰ੍ਹਾਂ ਸੁਆਹ ਮਾਲ ਕੇ ਪਿੰਡਾਂ 'ਚ ਫਿਰਦੇ ਨੇ ਮੰਗਦੇ ਹੋਏ। ਜਿਹੜਾ ਕੋਈ ਜੰਗਲ 'ਚ ਰਹਿੰਦਾ ਉਹਦੀ ਤਾਂ ਮਜਬੂਰੀ ਹੈ। ਜਿਹੜਾ ਪਿੰਡ 'ਚ ਮੰਗਣ ਆਇਆ ਉਹਦੀ ਕੀ ਮਜਬੂਰੀ ਹੈ? ਉਹਨੇ ਤਾਂ ਸਿਰਫ ਵਿਖਾਵਾ ਕਰਨਾ ਵੀ ਮੈਂ ਸੁਆਹ ਮਲੀ ਹੋਈ ਹੈ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 6ਵੇਂ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਭਾਈ ਸਾਹਿਬ, ਭਾਈ ਸੁਥਰਾ ਜੀ ਪਿੱਛੇ ਖਲੋ ਕੇ ਚੌਰ ਕਰ ਰਹੇ ਸੀ, ਅਤੇ ਇੱਕ ਪਖੰਡੀ ਜਿਹਾ ਸੁਆਹ ਮਲ ਕੇ ਸਾਹਮਣੇ ਸੰਗਤ 'ਚ ਬੈਠਾ ਹੋਇਆ ਸੀ, ਅਤੇ ਹੌਲੇ ਜਿਹੀ ਅੱਖ ਖੋਲ੍ਹ ਕੇ ਦੇਖ ਲੈਂਦਾ ਸੀ ਵੀ ਸੰਗਤ ਮੇਰੇ ਵੱਲ ਦੇਖਦੀ ਹੈ ਕਿ ਨਹੀਂ। ਜਦੋਂ ਅੱਖ ਖੋਲ੍ਹਦਾ ਸੀ ਭਾਈ ਸੁਥਰਾ ਉਹਦੇ ਵੱਲ ਉਂਗਲ ਕਰ ਦਿੰਦਾ ਸੀ।
ਉਹ ਫੇਰ ਅੱਖ ਬੰਦ ਕਰ ਲੈਂਦਾ ਸੀ। 2 ਮਿੰਟ ਬਾਅਦ ਉਹ ਅੱਖ ਖੋਲ੍ਹਦਾ ਸੀ, ਦੇਖਦਾ ਸੀ ਵੀ ਸੰਗਤ ਮੇਰੇ ਵੱਲ ਦੇਖਦੀ ਹੈ ਕਿ ਨਹੀਂ। ਸੁਥਰਾ ਫੇਰ ਇੱਦਾਂ ਕਰ ਦਿੰਦਾ ਸੀ। 2 ਵਾਰੀ 4 ਵਾਰੀ 6 ਵਾਰੀ ਸੁਥਰੇ ਨੇ ਜਿੰਨੇ ਵਾਰੀ ਉਹਨੇ ਅੱਖ ਖੋਲ੍ਹੀ ਓਨੇ ਵਾਰੀ ਉਂਗਲ ਕਰ ਦਿੱਤੀ ਉਹਦੇ ਵੱਲ। ਉਹਦਾ ਸਬਰ ਦਾ ਪਿਆਲਾ ਭਰ ਗਿਆ। ਉੱਠ ਕੇ ਆਇਆ, ਗੁਰੂ ਹਰਗੋਬਿੰਦ ਸਾਹਿਬ ਨਾਲ ਲੜਨ ਲੱਗ ਪਿਆ। ਕਹਿੰਦਾ ਮਹਾਰਾਜ ਤੁਸੀਂ ਕਿਹੋ ਜਿਹੇ ਬੰਦੇ ਰੱਖੇ, ਸਾਧੂਆਂ ਵੱਲ ਉਂਗਲ ਉਠਾਉਂਦੇ। ਮਹਾਰਾਜ ਕਹਿੰਦੇ ਸੰਤ ਜੀ ਤੁਹਾਨੂੰ ਕੀ ਹੋ ਗਿਆ? ਬੜਾ ਗਰਮ ਸੀ ਸਾਧ, ਅੱਖਾਂ ਲਾਲ ਕਰੀ ਫਿਰੇ। ਕਹਿੰਦਾ ਤੁਹਾਡੇ ਪਿੱਛੇ ਚੌਰ ਕਰਨ ਵਾਲਾ ਮੇਰੇ ਵੱਲ ਬਾਰ-ਬਾਰ ਉਂਗਲ ਕਰਦਾ। ਮਹਾਰਾਜ ਕਹਿੰਦੇ ਸੁਥਰਿਆ ਤੂੰ ਸੰਤਾਂ ਵੱਲ ਕੋਈ ਹੱਥ ਕੀਤਾ, ਉਂਗਲ ਕੀਤੀ, ਇਸ਼ਾਰਾ ਕੀਤਾ? ਕਹਿੰਦਾ ਨਾ ਮਹਾਰਾਜ, ਮੈਂ ਮਹਾਂਪੁਰਸ਼ਾਂ ਵੱਲ ਉਂਗਲ ਕਿਉਂ ਕਰਾਂਗਾ? ਉਹ ਕਹਿੰਦਾ ਦੇਖੋ ਤੁਹਾਡੇ ਸਾਹਮਣੇ ਫਿਰ ਮੁੱਕਰਦਾ ਪਿਆ, ਹੁਣ ਝੂਠ ਬੋਲਦਾ। ਮਹਾਰਾਜ ਕਹਿੰਦੇ ਸੁਥਰਿਆ ਸੱਚ ਦੱਸ। ਕਹਿੰਦਾ ਮਹਾਰਾਜ ਮੈਂ ਇਹਨਾਂ ਸੰਤਾਂ ਵੱਲ ਉਂਗਲ ਨਹੀਂ ਕੀਤੀ, ਮੈਂ ਤਾਂ ਉਂਗਲ ਨਾਲ ਸਵਾਹ ਫਰੋਲੀ ਸੀਗੀ ਵੀ ਠੰਡੀ ਹੈ ਕਿ ਥੱਲੇ ਅੱਗ ਹੈ। ਪਰ ਮਹਾਰਾਜ ਉੱਤੇ ਉੱਤੇ ਮਾੜੀ ਜੀ ਸਵਾਹ ਹੈ, ਥੱਲੇ ਤਾਂ ਅਜੇ ਗਰਮੀ ਬਹੁਤ ਹੈ, ਭਾਂਬੜ ਬਹੁਤ ਬਲਦੇ ਪਏ ਹੈ। ਉਹਨੂੰ ਵੀ ਸਮਝ ਆ ਗਈ ਵੀ ਇਹ ਗੱਲ ਕੀ ਕਹਿ ਗਿਆ। ਕ੍ਰੋਧ ਦੀ ਅੱਗ ਤਾਂ ਉੱਦਾਂ ਹੀ ਬਲਦੀ ਹੈ, ਸਵਾਹ ਬਲਣ ਦਾ ਕੀ ਫਾਇਦਾ। ਸੋ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਕਲਗੀਧਰ ਜੀ ਕਹਿੰਦੇ ਲਾਏ ਵਿਭੂਤ ਫਿਰਿਓ ਮੁਖ ਉੱਪਰ, ਇਤਨੀ ਮੂੰਹ ਤੇ ਸਵਾਹ ਮਾਰ ਲਈ ਪਿੰਡੇ ਤੇ। ਦੇਵ ਅਦੇਵ ਸਭੈ ਡਹਿਕਾਏ, ਕਿ ਦੇਵਤਿਆਂ ਨੂੰ ਤੇ ਦੈਂਤਾਂ ਨੂੰ ਵੀ ਭੁਲੇਖਾ ਪਾ ਦਿੱਤਾ। ਡਹਿਕਾਏ ਦਾ ਮਤਲਬ ਹੈ ਇਹੋ ਜਿਹਾ ਸਵਾਂਗ ਬਣਾ ਲੈਣਾ ਵੀ ਅਗਲਾ ਸੱਚ ਮੰਨ ਲਵੇ। ਇਹੋ ਜਿਹਾ ਭੇਸ ਬਣਾ ਲਿਆ, ਧਰਮੀ ਧਾਰਮਿਕ ਲਿਬਾਸ ਪਾ ਲਿਆ ਕਿ ਦੇਖਣ ਵਾਲੇ ਸਾਰੇ ਹੀ ਚਕਰਿਤ ਰਹਿ ਗਏ। ਦੇਵਤੇ ਵੀ ਮੰਨ ਗਏ ਵੀ ਬੜਾ ਵੱਡਾ ਸਾਧ ਹੈ, ਤੇ ਦੈਤ ਵੀ ਮੰਨ ਗਏ ਵੀ ਬੜਾ ਵੱਡਾ ਮਹਾਂਪੁਰਸ਼ ਹੈ। ਅੰਦਰ ਕੁਛ ਵੀ ਨਹੀਂ, ਵਿਖਾਵਾ ਕਰਕੇ ਚੰਗਿਆਂ ਮਾੜਿਆਂ ਲੋਕਾਂ ਨੂੰ ਸਾਰਿਆਂ ਦੇ ਉੱਤੇ ਪ੍ਰਭਾਵ ਪਾ ਲਿਆ ਆਪਣਾ। ਲੋਭ ਕੇ ਲਾਗੈ ਫਿਰਿਓ ਘਰ ਹੀ ਘਰ, ਪਰ ਅੰਦਰੋਂ ਲੋਭ ਗਿਆ ਕੋਈ ਨਹੀਂ, ਲਾਲਚ ਗਿਆ ਕੋਈ ਨਹੀਂ। ਲੋਭ ਕੇ ਲਾਗੇ, ਲੋਭ ਦੇ ਵਿੱਚ ਪੈ ਕੇ ਫਿਰਿਓ ਘਰ ਹੀ ਘਰ, ਘਰ ਘਰ ਮੰਗਦਾ ਫਿਰਦਾ ਹੈ, ਲਾਲਚ ਨਹੀਂ ਗਿਆ। ਅਸਲ ਤਿਆਗੀ ਮਹਾਂਪੁਰਸ਼ ਸਾਧੂ ਦੀ ਖੇਡ ਹੋਰ ਹੈ, ਪਰ ਇਹ ਤਾਂ ਪੇਟ ਪਾਲਣ ਵਾਸਤੇ ਸਾਧੂ ਬਣਿਆ ਹੈ। ਇਹ ਤਾਂ ਪੇਟ ਪਾਲਣ ਵਾਸਤੇ, ਲੋਕਾਂ ਦੇ ਘਰ ਮੰਗਣ ਵਾਸਤੇ ਆਪ ਕਿਰਤ ਨਹੀਂ ਕਰਨੀ, ਮਿਹਨਤ ਨਹੀਂ ਕਰਨੀ, ਰੋਟੀ ਨਾ ਕਮਾਣੀ ਪਵੇ, ਸਾਧ ਬਣ ਕੇ ਖਾ ਲਵਾਂਗੇ। ਲੋਭ ਕੇ ਲਾਗੇ, ਲਾਲਚ ਵਿੱਚ ਆ ਕੇ ਘਰ ਘਰ ਮੰਗਦਾ ਫਿਰਦਾ ਹੈ। ਜੋਗ ਕੇ ਨਿਆਸ ਸਭੈ ਬਿਸਰਾਏ, ਜਿਹੜੇ ਜੋਗ ਦੇ ਤਰੀਕੇ ਹਨ, ਜੋਗ ਦੀ ਜੋ ਮਰਿਆਦਾ ਹੈ ਉਹ ਤਿਆਗ ਦਿੱਤੀ ਹੈ। ਜਿਹੜੇ ਸਾਧੂ ਦੇ ਲੱਛਣ ਹਨ, ਸਾਧੂ ਦੀ ਜੋ ਬਿਰਤੀ ਉਹ ਨਹੀਂ ਰੱਖੀ। ਹੁੰਦੇ ਆ ਸਾਧ ਸੰਗਤ ਜੀ ਮਹਾਂਪੁਰਸ਼ ਸਾਧੂ ਵੀ। ਸਾਡੇ ਅੰਬਾਲੇ ਵਿੱਚ ਇੱਕ ਮਹਾਤਮਾ ਮਹਾਂਪੁਰਸ਼ ਆਇਆ ਕਰਦੇ ਸਨ, ਬਹੁਤ ਵੱਡੇ ਵਿਦਵਾਨ, ਹੁਸ਼ਿਆਰਪੁਰ ਦੇ ਇਲਾਕੇ ਦਾ ਉਹਨਾਂ ਦਾ ਜਨਮ ਸੀਗਾ, ਬ੍ਰਾਹਮਣਾਂ ਦੇ ਘਰ ਦਾ। ਔਰ 4 ਵੇਦ, 27 ਸਿਮਰਤੀਆਂ, 18 ਪੁਰਾਣ, ਸਾਰੇ ਧਰਮ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਜਿਤਨੇ ਸੰਸਾਰ ਦੇ ਵਿਦਿਆ ਦੇ ਮਾਰਤੰਡ ਗ੍ਰੰਥ ਜ਼ਬਾਨੀ ਯਾਦ ਸੀ ਉਹ ਮਹਾਂਪੁਰਸ਼ਾਂ ਨੂੰ। ਉਮਰ ਸੀ 80-85 ਸਾਲ ਦੀ, ਪਤਲਾ ਜਿਹਾ ਤਿੱਖਾ ਜਿਹਾ ਸਰੀਰ, ਬੰਦਗੀ ਦੀ ਮੂਰਤੀ ਸਨ ਅਤੇ ਤਿਆਗੀ ਸਨ। ਗ੍ਰੰਥ ਵੀ ਉਹਨਾਂ ਨੇ ਬਹੁਤ ਲਿਖੇ। ਇੱਕ ਲੰਗੋਟੀ ਰੱਖਦੇ ਸਨ, ਧੋਤੀ ਜੀ ਪਿੰਡੇ ਤੇ, ਬਸ ਨੰਗੇ ਪੈਰੀ, ਅਤੇ ਦਰਖਤ ਥੱਲੇ ਹੀ ਰਾਤ ਕੱਟਣੀ, ਕਮਰੇ ਦਾ ਵੀ ਲਾਲਚ ਨਹੀਂ ਕਰਨਾ। ਪ੍ਰਸ਼ਾਦਾ ਮੰਗਣ ਵਾਸਤੇ ਸਵੇਰੇ ਜਾਂਦੇ ਸਨ। ਪ੍ਰਸ਼ਾਦਾ ਮੰਗਣ ਜਾਣਾ, ਲਗਭਗ 8-8:30 ਵਜੇ ਨਿਕਲਣਾ ਅਤੇ 3 ਘਰਾਂ 'ਚ ਜਾਣਾ। ਪਹਿਲੇ ਘਰ ਜਾ ਕੇ ਦਰਵਾਜ਼ੇ ਦੇ ਉੱਤੇ ਉਹਨਾਂ ਨੇ ਅਲੱਖ ਜਾਂ ਰਾਮ ਰਾਮ ਜਾਂ ਵਾਹਿਗੁਰੂ ਜੋ ਕਹਿਣਾ ਹੁੰਦਾ ਸੀ ਕਹਿ ਦਿੰਦੇ ਸੀ। ਅੱਖਾਂ ਨੀਵੀਆਂ ਰੱਖਣੀਆਂ। ਕਿਸੇ ਮਾਈ ਬੀਬੀ ਨੇ 2 ਪ੍ਰਸ਼ਾਦੇ ਦੇ ਤੇ ਉੱਥੇ ਬਾਹਰ ਹੱਥ ਦੇ ਉੱਤੇ ਹੀ ਲੈ ਕੇ ਹੱਥ 'ਤੇ ਹੀ ਖਾ ਲੈਣੇ ਖੜੇ ਖੜੇ। ਉੱਥੋਂ ਵਾਪਸ ਆ ਜਾਣਾ ਪਹਿਲੇ ਘਰ ਤੋਂ। ਪਹਿਲੇ ਘਰ ਤੋਂ ਭਿਖਿਆ ਨਹੀਂ ਮਿਲੀ, ਦੂਸਰੇ ਘਰ ਜਾਣਾ, ਉੱਥੇ ਵੀ ਰਾਮ ਰਾਮ ਜਾਂ ਵਾਹਿਗੁਰੂ ਕਹਿਣਾ ਤੇ ਅਗਲਿਆਂ ਨੇ 2 ਪ੍ਰਸ਼ਾਦੇ ਦੇ ਤੇ ਉਹ ਖਾ ਲਏ। ਜੇ ਉੱਥੋਂ ਨਹੀਂ ਮਿਲੇ, ਦੂਸਰੇ ਘਰ ਤੋਂ ਵੀ ਰੋਟੀ ਨਹੀਂ ਮਿਲੀ, ਤੀਸਰੇ ਘਰ ਚਲੇ ਜਾਣਾ।
ਤੀਸਰੇ ਘਰ ਰਾਮ ਰਾਮ ਕਹਿਣਾ, ਵਾਹਿਗੁਰੂ ਕਹਿਣਾ ਜਾਂ ਆਵਾਜ਼ ਮਾਰਨੀ। ਕਿਸੇ ਮਾਈ ਬੀਬੀ ਨੇ ਤਰਸ ਕਰਕੇ ਰੋਟੀ ਲਿਆ ਕੇ ਦੇਤੀ, ਹੱਥ 'ਤੇ ਲੈ ਕੇ ਖਾ ਕੇ ਉੱਥੋਂ ਆਪਣੇ ਕੁਟੀਆ 'ਚ ਆ ਕੇ ਉੱਥੇ ਬੈਠ ਜਾਣਾ, ਭਜਨ ਕਰੀ ਜਾਣਾ। ਔਰ ਜੇ ਕਿਤੇ ਤੀਜੇ ਘਰ ਤੋਂ ਰੋਟੀ ਨਹੀਂ ਮਿਲੀ, ਤੀਜੇ ਘਰ ਤੋਂ ਵੀ ਨਾ ਹੀ ਹੋ ਗਈ ਹੈ ਵੀ ਹੈ ਨਹੀਂ ਬਾਬਾ ਜੀ, ਜਾਂ ਉੱਥੇ ਕੋਈ ਘਰ 'ਚ ਨਹੀਂ ਕਿਸੇ ਨੇ ਫਤਿਹ ਬੁਲਾਈ, ਕਿਸੇ ਨੇ ਨਹੀਂ ਆਖਿਆ ਪ੍ਰਸ਼ਾਦਾ ਛਕ ਲਓ, ਦਿੱਤਾ ਨਹੀਂ, ਕੋਈ ਗੱਲ ਨਹੀਂ, ਉਸੇ ਤਰ੍ਹਾਂ ਹੀ ਵਾਪਸ ਆ ਜਾਣਾ। ਚੌਥੇ ਘਰ ਮੰਗਣ ਨਹੀਂ ਜਾਣਾ, 24 ਘੰਟੇ ਬਾਅਦ ਹੀ ਜਾਣਾ। ਫਿਰ ਪਾਣੀ ਪੀ ਕੇ 24 ਘੰਟੇ ਕੱਟ ਲੈਣੇ। ਐਸਾ ਨਿਯਮ ਹੁੰਦਾ ਸਾਧੂਆਂ ਦਾ, ਤਿਆਗੀਆਂ ਦਾ। ਪਰ ਗੁਰੂ ਸਾਹਿਬ ਕਹਿੰਦੇ ਉਹ ਤਾਂ ਸਾਰੀਆਂ ਗੱਲਾਂ ਛੱਡ ਦਿੱਤੀਆਂ। ਜੋਗ ਕੇ ਨਿਆਸ ਸਭੈ ਬਿਸਰਾਏ, ਰੱਬ ਨਾਲ ਜੁੜਨ ਦੀ ਤਾਂ ਗੱਲ ਹੀ ਕੋਈ ਨਹੀਂ ਸੀ, ਉਹਦਾ ਪੇਟ ਪਾਲਣ ਦੀ ਗੱਲ ਬਣਾਈ ਹੋਈ ਸੀ। ਜੇ ਚੌਥੇ ਘਰ ਪੰਜਵੇਂ ਘਰ ਭਾਵੇਂ 100 ਘਰ ਫਿਰਦਾ ਫਿਰੀ ਜਾਣਾ, ਰੋਟੀਆਂ ਹੀ ਮੰਗੀ ਜਾਣੀਆਂ। ਸੋ ਗੁਰੂ ਸਾਹਿਬ ਕਹਿੰਦੇ ਆ ਜਿਹੜਾ ਰੱਬ ਨਾਲ ਜੁੜਨ, ਜੋਗ ਦਾ ਅਰਥ ਹੈ ਜੁੜਨਾ। ਜੋਗ ਸ਼ਬਦ ਗੁਰਬਾਣੀ 'ਚ ਵੀ ਆਉਂਦਾ, ਦਸਮ 'ਚ ਵੀ ਆਉਂਦਾ, ਭਾਈ ਗੁਰਦਾਸ ਜੀ ਦੀ ਬਾਣੀ 'ਚ ਵੀ ਆਉਂਦਾ। ਜੋਗ ਦਾ ਅਰਥ ਹੈ ਜੁੜਨਾ। ਚਿੱਤ ਬਿਰਤੀ ਨਿਰੋਧਾ, ਚਿੱਤ ਬਿਰਤੀਆਂ ਨੂੰ ਬਾਹਰ ਤੋਂ ਰੋਕ ਕੇ, ਸੁਰਤ ਨੂੰ ਬਾਹਰ ਮੁਖੀ ਹੋਣ ਤੋਂ ਰੋਕ ਕੇ ਸ਼ਬਦ ਵਿੱਚ ਜੋੜਨਾ, ਇਹ ਹੈ ਯੋਗ। ਮਹਾਰਿਸ਼ੀ ਪਤੰਜਲੀ ਨੇ ਯੋਗ ਸ਼ਾਸਤਰ ਲਿਖਿਆ, ਪਹਿਲਾ ਸੂਤਰ ਲਿਖਿਆ ਅਥ ਯੋਗ ਅਨੁਸ਼ਾਸਨਮ। ਹੁਣ ਮੈਂ ਯੋਗ ਦਾ ਅਨੁਸ਼ਾਸਨ ਦੱਸਦਾ ਹਾਂ। ਅਗਲਾ ਸੂਤਰ ਲਿਖਿਆ ਚਿੱਤ ਬਿਰਤੀ ਨਿਰੋਧਾ ਸਾ ਯੋਗ ਹੈ, ਭਾਵ ਜਦੋਂ ਸਾਰੇ ਪਾਸਿਓਂ ਧਿਆਨ ਹਟ ਕੇ ਅੰਦਰ ਲੱਗ ਜਾਂਦਾ ਉਹ ਯੋਗ ਹੁੰਦਾ। ਗੁਰਬਾਣੀ ਵੀ ਉਸੇ ਯੋਗ ਨੂੰ ਮੰਨਦੀ ਹੈ। ਜਦੋਂ ਧਿਆਨ ਬਾਹਰ ਮੁਖੀ ਪਦਾਰਥਾਂ ਵੱਲੋਂ ਹਟ ਕੇ ਅੰਤਰਮੁਖੀ ਆਤਮਾ ਵੱਲ ਚਲਾ ਜਾਵੇ ਤਾਂ ਸਮਝੋ ਯੋਗ ਬਣ ਗਿਆ। ਯੋਗ ਬਣਿਆ ਤੇਰਾ ਕੀਰਤਨ ਗਾਈ। ਅਸਲੀ ਯੋਗ ਜਿਹੜਾ ਸੀ ਉਹਦਾ ਧਾਰਨ ਨਹੀਂ ਕੀਤਾ, ਜੋਗੀਆਂ ਵਾਲੇ ਕੱਪੜੇ ਪਾ ਲਏ, ਜੋਗੀਆਂ ਵਾਲਾ ਲਿਬਾਸ ਬਣਾ ਲਿਆ। ਪਰ ਜਿਹੜੇ ਯੋਗ ਦੇ ਨਿਯਮ ਸਨ, ਜਤ ਸਤ ਰੱਖਣਾ, ਸਬਰ ਸੰਤੋਖ ਰੱਖਣਾ, ਉਹ ਜਿਹੜੀਆਂ ਚੀਜ਼ਾਂ ਸੀ ਉਹ ਪੱਲੇ ਨਹੀਂ ਪਈਆਂ, ਉਹ ਗੱਲਾਂ ਗ੍ਰਹਿਣ ਨਹੀਂ ਕੀਤੀਆਂ। ਲਾਜ ਗਈ ਕਛ ਕਾਜ ਸਰਿਓ ਨਹਿ, ਲਾਜ ਵੀ ਗਈ, ਇੱਜ਼ਤ ਵੀ ਗਈ, ਕੰਮ ਵੀ ਕੋਈ ਨਹੀਂ ਸਰਿਆ। ਲਾਜ ਗਈ। ਹੁਣ ਜਿਹੜਾ ਬੰਦਾ ਘਰ ਛੱਡ ਕੇ ਸਾਧ ਬਣਦਾ, ਉਹਦੀ ਇੱਜ਼ਤ ਨੂੰ ਇੱਕ ਵਾਰੀ ਤਾਂ ਬੜਾ ਵੱਡਾ ਧੱਬਾ ਲੱਗਦਾ। ਕਹਿੰਦੇ ਉਹ ਫਲਾਣਾ ਬੰਦਾ ਸਾਧ ਬਣ ਗਿਆ, ਉਹ ਘਰ ਛੱਡ ਗਿਆ। ਇੱਕ ਵਾਰੀ ਤਾਂ ਆਪਣਾ ਸਾਰਾ ਕੁਝ ਖਿਆਲ ਸਮਾਜ ਦਾ ਛੱਡਣਾ ਪੈਂਦਾ, ਰਿਸ਼ਤੇਦਾਰੀਆਂ, ਸਾਕ ਸੰਬੰਧੀ, ਭਾਈਚਾਰਾ। ਇੱਜ਼ਤ ਵੀ ਗਈ, ਲਾਜ ਗਈ, ਤੇ ਕੰਮ ਵੀ ਕੋਈ ਨਹੀਂ ਬਣਿਆ, ਰੱਬ ਫੇਰ ਨਹੀਂ ਮਿਲਿਆ। ਕਛ ਕਾਜ ਸਰਿਓ ਨਹਿ। ਹਾਂਜੀ, ਪ੍ਰੇਮ ਬਿਨਾ ਪ੍ਰਭ ਪਾਨ ਨਾ ਆਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਿਤਾ ਜੀ ਕਹਿੰਦੇ ਪ੍ਰੇਮ ਤੋਂ ਬਿਨਾ ਪਰਮੇਸ਼ਰ ਹੱਥ ਨਹੀਂ ਆਉਂਦਾ। ਪਾਨ ਨਾਮ ਹੈ ਹੱਥਾਂ ਦਾ। ਪ੍ਰੇਮ ਬਿਨਾ ਪ੍ਰਭ ਪਾਨ ਨਾ ਆਏ। ਪ੍ਰੇਮ ਪਰਮੇਸ਼ਰ ਦੀ ਭਗਤੀ, ਪ੍ਰੇਮਾ ਭਗਤੀ ਤੋਂ ਬਿਨਾ ਪਰਮੇਸ਼ਰ ਪ੍ਰਾਪਤ ਨਹੀਂ ਹੁੰਦਾ। ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੱਚੇ ਪਿਆਰ ਤੋਂ ਬਿਨਾ ਵਾਹਿਗੁਰੂ ਹੱਥ ਨਹੀਂ ਆਇਆ, ਭਾਵੇਂ ਜਿੰਨੇ ਮਰਜ਼ੀ ਜੋਗ ਦੇ ਭੇਖ ਬਣਾਈ ਫਿਰਦਾ ਹੈ। ਕਾਹੇ ਕੋ ਡਿੰਬ ਕਰੈ ਮਨ ਮੂਰਖ। ਧੰਨ ਕਲਗੀਧਰ ਪਿਤਾ ਜੀ ਆਪਣੇ ਮਨ ਨੂੰ ਸੰਬੋਧਨ ਕਰਕੇ ਸਾਰਿਆਂ ਦੇ ਮਨ ਦੇ ਉੱਤੇ ਚੋਟ ਮਾਰਦੇ ਆ, ਕਿਉਂਕਿ ਥੋੜ੍ਹਾ ਥੋੜ੍ਹਾ ਪਖੰਡ ਅਸੀਂ ਸਾਰੇ ਹੀ ਕਰਦੇ ਹਾਂ ਖਾਲਸਾ ਜੀ। ਕੋਈ ਕਿਸੇ ਤਰ੍ਹਾਂ ਦਾ ਪਖੰਡ ਕਰ ਰਿਹਾ, ਕੋਈ ਕਿਸੇ ਤਰ੍ਹਾਂ ਦਾ ਕਰ ਰਿਹਾ, ਤੇ ਹੈ ਸਾਰਿਆਂ ਵਿੱਚ ਬੀਜ ਪਖੰਡ ਦਾ, ਵਿਖਾਵੇ ਦਾ। ਸਾਡੇ 'ਚ ਵੀ ਆ ਗਿਆ। ਕਈ ਮੇਰੇ ਵਰਗੇ ਕਹਿਣਗੇ ਸਵੇਰੇ 9 ਵਜੇ, ਭਾਈ ਸਾਹਿਬ ਮੇਰਾ ਨਾ ਅੱਜ ਨਿਤਨੇਮ ਨਹੀਂ ਪੂਰਾ ਹੋਇਆ। ਉਹਨਾਂ ਦਾ ਮਤਲਬ ਇਹ ਹੁੰਦਾ ਵੀ ਨਿਤਨੇਮ ਅਸੀਂ ਕਰਦੇ ਹੁੰਦੇ ਹਾਂ। ਇਹ ਦੱਸੋ ਸ਼ੋਅ ਕਰਨਾ ਵੀ ਨਿਤਨੇਮ ਕਰਦੇ ਹੁੰਦੇ ਅਸੀਂ। ਨਿਤਨੇਮ ਤੂੰ ਆਪਣੇ ਵਾਸਤੇ ਕਰਨਾ, ਕਰ, ਨਹੀਂ ਕਰਨਾ ਨਾ ਕਰ, ਦੂਜਿਆਂ ਨੂੰ ਕੀ ਸੁਣਾਉਂਦਾ ਫਿਰਦਾ ਨਿਤਨੇਮ ਨਹੀਂ ਹੋਇਆ। ਨਿਤਨੇਮ ਨਹੀਂ ਹੋਇਆ ਕਹਿਣ ਦੇ ਵਿੱਚ ਵੀ ਹੁੰਦਾ ਵੀ ਅਜੇ ਮੇਰਾ ਨਿਤਨੇਮ ਕਾਫੀ ਰਹਿੰਦਾ। ਕਹਿੰਦੇ ਵੀ ਮੇਰਾ ਲੋਕਾਂ ਨੂੰ ਪਤਾ ਲੱਗ ਜਾਏ ਵੀ ਇਹਦਾ ਨਿਤਨੇਮ ਬਹੁਤ ਵੱਡਾ ਹੈ, ਤਾਂ ਸਾਰਾ ਸੁੰਦਰ ਗੁਟਕਾ ਪੜ੍ਹ ਕੇ ਰੋਟੀ ਖਾਂਦਾ। ਵਿਖਾਵੇ ਕਈ ਥਾਵਾਂ 'ਤੇ ਆਉਂਦੇ ਆ। ਸਾਡੇ ਸਾਰੇ ਜੀਵਨ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ, ਅਤੇ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਦੇ ਕੰਨ ਖਿੱਚ ਰਹੇ ਆ।
ਕਾਹੇ ਕੋ ਡਿੰਬ ਕਰੈ ਮਨ ਮੂਰਖ। ਹੇ ਮੂਰਖ, ਮਨਾ ਕਾਹਦਾ ਵਿਖਾਵਾ ਕਰਦਾ ਹੈ, ਕਿਉਂ ਪਖੰਡ ਕਰਦਾ ਹੈ? ਡਿੰਬ ਕਰੈ ਆਪਣੀ ਪਤ ਖੁਐ ਹੈ। ਜਿੰਨੇ ਤੂੰ ਪਖੰਡ ਕਰੇਗਾ ਉਹਦੇ ਨਾਲ ਤੇਰੀ ਦਰਗਾਹ ਵਿੱਚ ਇੱਜ਼ਤ ਘਟੇਗੀ, ਵਾਹਿਗੁਰੂ ਦੇ ਦਰਬਾਰ ਵਿੱਚ ਤੈਨੂੰ ਸੋਭਾ ਨਹੀਂ ਮਿਲੇਗੀ। ਇੱਥੇ ਤਾਂ ਲੋਕਾਂ ਵਿੱਚ ਪਖੰਡ ਚੱਲ ਜਾਂਦਾ, ਪਰਮੇਸ਼ਰ ਦੇ ਦਰਬਾਰ ਨਹੀਂ ਚੱਲਦਾ। ਉੱਥੇ ਸੱਚੇ ਹੀ ਸੱਚ ਨਿਬੜੈ, ਉੱਥੇ ਤਾਂ ਹਰ ਚੀਜ਼ ਦਾ ਨਿਰਣਾ ਹੋ ਜਾਣਾ, ਦੁੱਧ ਵੱਖਰਾ ਪਾਣੀ ਵੱਖਰਾ। ਜਿੰਨਾ ਤੂੰ ਮਨ ਕਰਕੇ ਕੀਤਾ ਪਰਮੇਸ਼ਰ ਦਾ ਜਪ ਤਪ ਉਹ ਵੱਖਰਾ ਨਜ਼ਰ ਆਏਗਾ, ਜਿਹੜਾ ਪਖੰਡ ਕਰਕੇ ਕੀਤਾ ਉਹ ਵੱਖਰਾ ਆਏਗਾ। ਜਿਹੜਾ ਪਖੰਡ ਕਰਕੇ ਕੀਤਾ ਹੋਏਗਾ ਉਹ ਤੇਰਾ ਨੈਗੇਟਿਵ ਗਿਣਿਆ ਜਾਏਗਾ, ਤੇਰਾ ਉਹ ਦੂਜੇ ਪਾਸੇ ਜਾਏਗਾ। ਜਿਹੜਾ ਭਾਵਨਾ ਨਾਲ ਕੀਤਾ, ਸ਼ਰਧਾ ਨਾਲ ਕੀਤਾ, ਸੱਚੇ ਦਿਲ ਨਾਲ ਕੀਤਾ, ਉਹ ਤੇਰੇ ਲੇਖੇ 'ਚ ਪਏਗਾ। ਇਸ ਕਰਕੇ ਕਿਸੇ ਤਰ੍ਹਾਂ ਦਾ ਵੀ ਵਿਖਾਵਾ ਕਰਨ ਦੀ ਭਾਵਨਾ ਨਾਲ ਕੋਈ ਕੰਮ ਨਾ ਕਰ, ਉਹ ਤਾਂ ਤੇਰਾ ਨੁਕਸਾਨ ਹੀ ਹੈ। ਜੋ ਕੁਝ ਕਰਨਾ ਤੂੰ ਸੱਚੇ ਦਿਲ ਨਾਲ ਕਰ, ਪਰਮੇਸ਼ਰ ਦੀ ਭਗਤੀ ਕਰ, ਪਿਆਰ ਨਾਲ ਕਰ। ਹਾਂਜੀ। ਕਾਹੇ ਕੋ ਲੋਗ ਠੱਗੇ ਠੱਗ ਲੋਗਨ। ਹੇ ਭਾਈ, ਕਾਹੇ ਕੋ ਲੋਕ ਠੱਗੇ, ਲੋਕਾਂ ਨੂੰ ਕਿਉਂ ਠੱਗਦਾ ਹੈ? ਲੋਕਾਂ ਨੂੰ ਠੱਗਣ ਵਾਸਤੇ ਕਿਉਂ ਇੱਦਾਂ ਦੇ ਤੂੰ ਅਡੰਬਰ ਕਰਦਾ ਹੈ, ਪਖੰਡ ਕਰਦਾ ਹੈ? ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖਿਆ ਨਾ, ਹੋਏ ਹਾਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਬੜੇ ਬੜੇ ਵੱਡੇ ਬਨਾਰਸ ਦੇ ਵਿੱਚ ਪੰਡਿਤ ਲੋਕ ਬੈਠੇ ਨੇ, ਅਡੰਬਰ ਕਰਕੇ ਵੀ ਆਹ ਸਰਾਧ ਕਰੋਗੇ ਤੁਹਾਡੇ ਪਿਤਰਾਂ ਦਾ ਇੱਦਾਂ ਭਲਾ ਹੋ ਜਾਏਗਾ, ਇੰਨੇ ਪੈਸੇ ਲੱਗਣਗੇ। ਜਿਹੜਾ ਬੰਦਾ ਵਿਚਾਰਾ ਉੱਥੇ ਇੱਕ ਵਾਰੀ ਉਹਨਾਂ ਦੇ ਕਾਬੂ ਆ ਜੇ, ਘਰ ਆਉਣ ਜੋਗਾ ਕਿਰਾਇਆ ਵੀ ਨਹੀਂ ਛੱਡਦੇ, ਜੇਬ ਦੇ ਵਿੱਚ ਕੱਪੜੇ ਹੀ ਲਾਹ ਲੈਂਦੇ ਆ। ਬਹੁਤ ਜਗ੍ਹਾ 'ਤੇ ਐਸਾ ਹੁੰਦਾ ਹੈ। ਤੋ ਮਹਾਰਾਜ ਕਹਿੰਦੇ ਕਾਹੇ ਕੋ ਲੋਕ ਠੱਗੇ, ਲੋਕਾਂ ਨੂੰ ਕਿਉਂ ਠੱਗਦਾ ਹੈ? ਠੱਗ ਲੋਕਾਂ ਨੂੰ ਠੱਗ ਕੇ ਕੀ ਹੋਵੇਗਾ? ਲੋਗ ਗਇਓ ਪਰ ਲੋਗ ਗਵੈ ਹੈ। ਤੇਰਾ ਲੋਕ ਵੀ ਚਲਾ ਜਾਏਗਾ, ਤੇਰਾ ਪਰਲੋਕ ਵੀ ਚਲਾ ਜਾਏਗਾ। ਠੱਗੇ ਕਾਹੇ ਕੋ ਲੋਕ ਠੱਗੇ, ਕਾਹੇ ਕੋ ਲੋਕਾਂ ਨੂੰ ਠੱਗਦਾ ਹੈ? ਠੱਗ ਲੋਕਾਂ ਨੂੰ ਠੱਗ ਕੇ ਕੀ ਹੋਣਾ? ਲੋਕ ਗਇਓ, ਸੰਸਾਰ 'ਚ ਵੀ ਧੱਕੇ ਪੈਣਗੇ, ਪਰਲੋਕ ਗਵਾਇਓ, ਪਰਲੋਕ ਵੀ ਚਲਾ ਜਾਏਗਾ। ਕਿਉਂਕਿ ਜਿਹੜਾ ਬੰਦਾ ਸੰਸਾਰ ਦੇ ਵਿੱਚ ਠੱਗਦਾ ਲੋਕਾਂ ਨੂੰ, ਉਹਦੀ ਆਤਮਾ ਵੀ ਉਹਦੇ ਅੰਦਰ ਉਹਨੂੰ ਲਾਹਨਤ ਪਾ ਦਿੰਦੀ ਹੈ। ਪਤਾ ਤਾਂ ਹੁੰਦਾ ਹੀ ਹੈ ਵੀ ਮੈਂ ਗਲਤ ਕੰਮ ਕਰ ਰਿਹਾ, ਅੰਦਰੋਂ ਆਵਾਜ਼ ਤਾਂ ਹੁੰਦੀ ਹੈ ਵੀ ਇਹ ਤੂੰ ਠੱਗੀ ਮਾਰੀ, ਮਾੜਾ ਕੰਮ ਕੀਤਾ, ਪਰ ਅੰਦਰ ਦੀ ਆਵਾਜ਼ ਨੂੰ ਬੰਦਾ ਦਬਾ ਲੈਂਦਾ। ਪਰ ਸਮਾਜ ਦੇ ਵਿੱਚ ਤਾਂ ਪਤਾ ਲੱਗਦਾ ਹੀ ਹੈ ਨਾ ਵੀ ਇਹ ਠੱਗੀ ਚੱਲ ਰਹੀ ਹੈ। ਬਹੁਤਾ ਚਿਰ ਠੱਗੀ ਜਿਹੜੀ ਆ ਚੱਲਦੀ ਨਹੀਂ, ਤੇ ਉਹ ਬੰਦੇ ਦਾ ਜਿਹੜਾ ਹੈ ਸਮਾਜ ਦੇ ਵਿੱਚ ਅਪਜਸ ਹੁੰਦਾ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ ਆ ਪਰਲੋਕ ਗਵਾਇਓ। ਪਰਲੋਕ ਦੇ ਵਿੱਚ ਜਦੋਂ ਜਾਏਗਾ ਉੱਥੇ ਤਾਂ ਸ਼ੀਸ਼ਾ ਸਾਫ਼, ਹਰ ਚੀਜ਼ ਦਾ ਪਤਾ। ਇੱਥੇ ਤਾਂ ਪਰਦਾ ਚੱਲਦਾ, ਉੱਥੇ ਪਰਦਾ ਚੱਲਦਾ ਨਹੀਂ। ਉੱਥੇ ਤਾਂ ਸਭ ਚੀਜ਼ਾਂ ਸਾਫ਼ ਨੇ, ਕਲੀਅਰ ਨੇ ਵੀ ਤੇਰੇ ਅੰਦਰ ਕੀ ਸੀਗਾ। ਪਰਲੋਕ ਵੀ ਗਵਾਇਆ, ਉੱਥੇ ਵੀ ਜਮਾਂ ਦੇ ਧੱਕੇ ਪੈਣਗੇ। ਦੀਨ ਦਿਆਲ ਕੀ ਠੌਰ ਜਹਾਂ। ਦੀਨ ਦਿਆਲ ਕੀ ਠੌਰ ਜਹਾਂ। ਜਿੱਥੇ ਦੀਨਾਂ ਦੇ ਦਇਆ ਕਰਨ ਵਾਲਾ ਉਹ ਦੀਨ ਦਿਆਲ ਵਾਹਿਗੁਰੂ ਹੈ। ਜਿੱਥੇ ਦੀਨ ਦਿਆਲ ਦਾ ਦਰਬਾਰ ਲੱਗਾ ਹੋਇਆ ਹੈ, ਜਿੱਥੇ ਦੀਨਾਂ ਦੇ ਦਇਆ ਕਰਨ ਵਾਲਾ ਵਾਹਿਗੁਰੂ ਬੈਠਾ ਹੋਇਆ, ਬੈਠਾ ਕੱਢ ਵਹੀ, ਉਹ ਹਿਸਾਬ ਕਿਤਾਬ ਨਿਬੇੜਾ ਕਰਨ ਵਾਸਤੇ ਬੈਠਾ ਹੈ। ਤਿਹ ਠੌਰ ਬਿਖੈ ਤੋਹਿ ਠੌਰ ਨਾ ਐ। ਤਿਹ ਠੌਰ ਬਿਖੈ, ਉਸ ਥਾਂ ਤੇ ਤੋਹਿ ਠੌਰ ਨਾ ਐ, ਤੈਨੂੰ ਥਾਂ ਨਹੀਂ ਮਿਲਣੀ। ਜਿੱਥੇ ਅਕਾਲ ਪੁਰਖ ਦੀ ਥਾਂ ਹੈ, ਉਸ ਥਾਂ ਤੇ ਤੈਨੂੰ ਬਹਿਣ ਖਲੋਣ ਦੀ ਥਾਂ ਨਹੀਂ ਮਿਲਣੀ। ਉੱਥੇ ਤੈਨੂੰ ਧੱਕੇ ਪੈ ਜਾਣਗੇ, ਉਸ ਦਰਬਾਰ ਵਿੱਚੋਂ ਤੈਨੂੰ ਕੱਢ ਦਿੱਤਾ ਜਾਏਗਾ। ਪਰਮੇਸ਼ਰ ਕਹੇਗਾ ਵੀ ਤੂੰ ਧਰਮ ਦੇ ਨਾਂ 'ਤੇ ਠੱਗੀ ਮਾਰੀ ਹੈ, ਤੂੰ ਲੋਕਾਂ ਨੂੰ ਰੱਬ ਦਾ ਰਾਹ ਨਹੀਂ ਦੱਸਿਆ, ਆਪਣੀ ਪੂਜਾ ਪ੍ਰਤਿਸ਼ਠਾ ਵਿੱਚ ਪੈ ਗਿਆ ਹੈ। ਚੇਤ ਰੇ ਚੇਤ ਅਚੇਤ ਮਹਾ ਜੜ। ਮਹਾ ਜੜ, ਇੱਕ ਹੁੰਦਾ ਜੜ, ਇੱਕ ਮਹਾ ਜੜ। ਜੜ ਸਾਧ ਸੰਗਤ ਜੀ ਕਹਿੰਦੇ ਪੱਥਰ ਨੂੰ। ਕੱਲ੍ਹ ਵੀ ਕਥਾ ਵਿੱਚ ਵਿਚਾਰ ਆਈ ਸੀ, ਵਰਸੋਂ ਕੇ ਕੱਲ੍ਹ, ਵੀ ਚੇਤਨ ਕੀ ਹੈ ਔਰ ਜੜ ਕੀ ਹੈ। ਚੇਤਨ ਉਹ ਹੁੰਦਾ ਹੈ ਜਿਹੜਾ ਆਪਣੇ ਆਪ ਨੂੰ ਵੀ ਜਾਣਦਾ ਹੈ ਔਰ ਦੂਸਰੇ ਨੂੰ ਵੀ ਜਾਣਦਾ, ਉਹਨੂੰ ਕਹਿੰਦੇ ਚੇਤਨ ਹੈ। ਜਿਹਦੇ 'ਚ ਜਾਨ ਹੈ, ਜਿਹਦੇ 'ਚ ਚੇਤਨਾ ਹੈ,
ਉਹਨੂੰ ਪੁੱਛੋ ਤੇਰਾ ਨਾਂ ਕੀ ਹੈ, ਉਹ ਆਪਣਾ ਵੀ ਨਾਂ ਥਾਂ ਟਿਕਾਣਾ ਦੱਸਦਾ। ਦੂਜੇ ਦਾ ਆ ਤੇਰੇ ਨਾਲ ਕੌਣ ਹੈ, ਕਹਿੰਦਾ ਇਹ ਫਲਾਣਾ ਸਿੰਘ ਹੈ, ਇਹ ਮੇਰਾ ਭਰਾ ਹੈ, ਮੇਰਾ ਪਿਤਾ ਹੈ, ਮੇਰੀ ਮਾਤਾ ਹੈ। ਦੂਸਰੇ ਨੂੰ ਵੀ ਜਾਣਦਾ। ਜੜ ਉਹ ਹੈ ਜਿਹੜਾ ਆਪਣੇ ਆਪ ਨੂੰ ਵੀ ਨਾ ਜਾਣੇ ਔਰ ਦੂਸਰੇ ਨੂੰ ਵੀ ਨਾ ਜਾਣੇ। ਪੱਥਰ ਨੂੰ ਇਹ ਨਹੀਂ ਪਤਾ ਮੈਂ ਪੱਥਰ। ਪੱਥਰ ਨੂੰ ਪੁੱਛੋ ਵੀ ਤੇਰੇ ਕੋਲ ਕੌਣ ਪਿਆ, ਦੂਸਰਾ ਕੌਣ ਹੈ, ਪੱਥਰ ਇਹ ਵੀ ਨਹੀਂ ਦੱਸ ਸਕਦਾ ਵੀ ਇਹ ਕੌਣ ਹੈ। ਇਹ ਹੈ ਜੜ ਔਰ ਚੇਤਨ ਦਾ ਭੇਦ। ਚੇਤਨ ਉਹ ਹੈ ਜੋ ਆਪਣੇ ਆਪ ਨੂੰ ਵੀ ਜਾਣਦਾ, ਦੂਸਰੇ ਨੂੰ ਵੀ ਜਾਣਦਾ। ਜੜ ਉਹ ਹੈ ਜੋ ਆਪਣੇ ਆਪ ਨੂੰ ਵੀ ਨਹੀਂ ਜਾਣਦਾ, ਦੂਸਰੇ ਨੂੰ ਵੀ ਨਹੀਂ ਜਾਣਦਾ। ਸੋ ਪੱਥਰ ਦਾ ਪੱਥਰ ਹੈ ਜਿਹੜਾ ਬੁੱਧੀ ਹੁੰਦਿਆਂ ਵੀ, ਅਕਲ ਹੁੰਦਿਆਂ ਵੀ, ਸੋਝੀ ਹੁੰਦਿਆਂ ਵੀ, ਚੇਤਨਾ ਹੁੰਦਿਆਂ ਵੀ ਜੜ ਬਣਿਆ ਹੋਇਆ ਹੈ। ਉਹਨੂੰ ਮਹਾ ਜੜ ਕਹਿੰਦੇ ਹਨ। ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਚੇਤ ਰੇ ਚੇਤ ਅਚੇਤ ਮਹਾ ਜੜ। ਹੇ ਮਹਾ ਮੂਰਖ, ਮਹਾ ਅਗਿਆਨੀ, ਪੱਥਰਾਂ ਤੋਂ ਵੀ ਗਿਰੇ ਹੋਏ ਜੀਵ, ਚੇਤ ਲੈ ਚੇਤ ਲੈ ਚੇਤ ਲੈ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ। ਵਾਹਿਗੁਰੂ 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 ਜਪ ਲੈ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ। ਛਿਨ ਛਿਨ ਔਧ ਬਿਹਾਤ ਹੈ, ਫੂਟੈ ਘਟ ਜਿਉ ਪਾਣੀ। ਹਰ ਗੁਣ ਕਾਹੇ ਨਾ ਗਾਵਹੀ, ਮੂਰਖ ਅਗਿਆਨਾ। ਝੂਠਾ ਲਾਲਚ ਲਾ ਕਹਿਨੇ ਮਰਨ ਪਛਾਨਾ। ਅਜਹੂ ਕਛ ਬਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੈ। ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ। ਚੇਤੇ ਕਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤ ਰੇ ਚੇਤ ਅਚੇਤ ਮਹਾ ਜੜ। ਹੇ ਮਹਾ ਜੜ ਅਚੇਤ। ਅਚੇਤ ਉਹਨੂੰ ਕਹਿੰਦੇ ਜੋ ਨਾ ਚੇਤੇ ਕਰਦਾ ਹੋਵੇ। ਤੂੰ ਕਦੀ ਰੱਬ ਨੂੰ ਚੇਤੇ ਨਹੀਂ ਕੀਤਾ, ਇਸ ਕਰਕੇ ਤੂੰ ਅਚੇਤ ਹੈ, ਤੂੰ ਮਹਾ ਜੜ ਹੈ। ਅਜੇ ਵੀ ਤੈਨੂੰ ਚੇਤਨਾ ਤੋਂ ਕੰਮ ਲੈਣਾ ਚਾਹੀਦਾ, ਪਰਮੇਸ਼ਰ ਨੂੰ ਚੇਤੇ ਕਰਨਾ ਚਾਹੀਦਾ ਹੈ। ਭੇਖ ਕੇ ਕੀਨੇ ਅਲੇਖ ਨਾ ਪੈ ਹੈ। ਹੇ ਮਹਾਮੂਰਖ, ਭੇਖ ਕਰਨ ਦੇ ਨਾਲ, ਵਿਖਾਵੇ ਕਰਨ ਦੇ ਨਾਲ ਤੂੰ ਉਸ ਅਲੇਖ ਪ੍ਰਭੂ ਨੂੰ ਨਹੀਂ ਪਾ ਸਕੇਗਾ, ਕਿਉਂਕਿ ਪਰਮਾਤਮਾ ਭੇਖਾਂ ਤੋਂ ਬਾਹਰ ਹੈ। ਉਹਦਾ ਕੋਈ ਰੂਪ ਰੰਗ ਚੱਕਰ ਚਿੰਨ੍ਹ ਜਾਤ ਪਾਤ ਨਹੀਂ ਹੈ। ਜੇ ਤੂੰ ਕਵੇਂ ਵੀ ਮੈਂ ਭੇਖ ਦੇ ਵਿੱਚ ਉਸ ਨੂੰ ਪਾ ਲਵਾਂਗਾ, ਉਹ ਪਰਮੇਸ਼ਰ ਤਾਂ ਭੇਖ ਵਿੱਚ ਆਉਂਦਾ ਹੀ ਨਹੀਂ, ਤੂੰ ਭੇਖਾਂ ਨਾਲ ਕਿਵੇਂ ਪਾ ਲਏਗਾ। ਕਿਸੇ ਧਰਮ ਦਾ ਕੋਈ ਵੀ ਲਿਬਾਸ ਉਸ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਨਹੀਂ ਹੈ। ਆਖੋ ਸ੍ਰੀ ਵਾਹਿਗੁਰੂ। ਨਹੀਂ ਹੈ। ਬਾਣੀ ਤਾਂ ਇਹੀ ਕਹਿੰਦੀ ਹੈ। ਇਹ ਜਿਹੜੇ ਧਾਰਮਿਕ ਚਿੰਨ੍ਹ ਹਨ, ਮਹਾਂਪੁਰਸ਼ਾਂ ਨੇ, ਸਾਧੂਆਂ ਨੇ ਦਿੱਤੇ ਹਨ, ਇਹ ਇੱਕ ਰਸਤੇ 'ਤੇ ਚੱਲਣ ਵਾਸਤੇ, ਇਹ ਮਾਰਗ 'ਤੇ ਚੱਲਣ ਵਾਸਤੇ ਦਿੱਤੇ ਹੋਏ। ਇਸ ਰਸਤੇ 'ਤੇ ਤੁਰੋ, ਇਹ ਤੁਹਾਡੀ ਵਰਦੀ ਹੈ, ਤੁਹਾਡੀ ਨਿਸ਼ਾਨੀ ਹੈ। ਪਰ ਜੇ ਕੋਈ ਕਹੇ ਵੀ ਰਸਤਾ ਹੀ ਮੰਜ਼ਿਲ ਹੈ, ਰਸਤਾ ਮੰਜ਼ਿਲ ਨਹੀਂ। ਰਸਤੇ 'ਤੇ ਚੱਲ ਕੇ ਮੰਜ਼ਿਲ 'ਤੇ ਪਹੁੰਚਣਾ ਸੀ, ਪਰ ਅਸੀਂ ਰਸਤੇ ਨੂੰ ਹੀ ਮੰਜ਼ਿਲ ਮੰਨ ਕੇ ਰਸਤੇ 'ਚ ਹੀ ਡੇਰਾ ਲਾ ਲਿਆ। ਹਿੰਦੂਆਂ ਨੇ ਆਪਣੇ ਧਰਮ ਦੇ ਚਿੰਨ੍ਹਾਂ ਨੂੰ, ਮੁਸਲਮਾਨਾਂ ਨੇ ਆਪਣੇ ਧਰਮ ਦੇ ਚਿੰਨ੍ਹਾਂ ਨੂੰ, ਸਿੱਖਾਂ ਨੇ ਆਪਣੇ ਧਰਮ ਦੇ ਚਿੰਨ੍ਹਾਂ ਨੂੰ ਹੀ ਸਭ ਕੁਝ ਸਮਝ ਲਿਆ। ਜਿੱਥੇ ਪਹੁੰਚਣਾ ਸੀ ਮੰਜ਼ਿਲੇ ਮਕਸੂਦ 'ਤੇ, ਉੱਥੇ ਨਹੀਂ ਆਪਣੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਕਿਸੇ ਤਰ੍ਹਾਂ ਦਾ ਵੀ ਕੋਈ ਭੇਖ ਕਰੀ ਜਾਂਦਾ, ਭੇਖ ਦੇ ਨਾਲ ਪਰਮੇਸ਼ਰ ਨਹੀਂ ਮਿਲਦਾ। ਇਹ ਤਾਂ ਤੁਰਨ ਦਾ ਰਸਤਾ ਹੈ, ਤੁਰੀ ਚਲੋ ਸਹਿਜੇ ਸਹਿਜੇ, ਪਰ ਅੰਦਰ ਉੱਥੇ ਪਹੁੰਚਣ ਵਾਸਤੇ, ਸਾਧਨਾ ਕਰਨ ਵਾਸਤੇ ਨਾਮ ਦੀ ਸਿਮਰਨ ਦੀ ਕਮਾਈ ਦੀ ਲੋੜ ਹੈ। ਹਾਂਜੀ। ਅਲੇਖ ਨਾ ਪੈ ਹੈ। ਜਿਹੜਾ ਪਰਮਾਤਮਾ ਅਲੇਖ ਹੈ, ਲੇਖੇ 'ਚ ਨਹੀਂ ਆਉਂਦਾ। ਕਿਸੇ ਤਰ੍ਹਾਂ ਦਾ ਵੀ ਲੇਖ ਜੋਖ ਉਹਦੇ ਬਾਰੇ ਕੋਈ ਕਰ ਨਹੀਂ ਸਕਦਾ। ਲੇਖੈ ਬਾਝ ਅਲਖ, ਉਹ ਵਾਹਿਗੁਰੂ ਲੇਖੇ ਤੋਂ ਪਰੇ ਹੈ। ਹਰ ਚੀਜ਼ ਸੰਸਾਰ ਦੀ ਤੁਸੀਂ ਕਿਤਾਬਾਂ 'ਚ ਲਿਖ ਸਕਦੇ ਹੋ, ਪਰਮਾਤਮਾ ਬਾਰੇ ਨਹੀਂ ਕੁਝ ਲਿਖ ਸਕਦੇ। ਕਿਉਂ? ਉਹ ਲੇਖੇ 'ਚ ਆ ਹੀ ਨਹੀਂ ਰਿਹਾ। ਅਕਥਨੀਏ ਹੈ। ਵਾਰਿਆ ਨਾ ਜਾਵਾ ਏਕ ਵਾਰ, ਇੱਕ ਵਾਰੀ ਵੀ ਉਹਦਾ ਵਰਣਨ ਨਹੀਂ ਕੋਈ ਕਰ ਸਕਦਾ। ਇੱਕ ਵਾਰੀ ਵੀ ਬੇਅੰਤ ਪ੍ਰਭੂ ਹੈ। ਹਾਂਜੀ। ਕਾਹੇ ਕੋ ਪੂਜਤ ਪਾਹਨ ਕੋ। ਹੁਣ ਮਹਾਰਾਜ ਉਹਨਾਂ ਲੋਕਾਂ ਨੂੰ ਸਮਝਾਉਂਦੇ ਜਿਹੜੇ ਪੱਥਰਾਂ ਦੀ ਪੂਜਾ ਕਰੀ ਜਾਂਦੇ ਨੇ।
ਪੱਥਰ ਦੀ ਮੂਰਤੀ ਨੂੰ ਹੀ ਰੱਬ ਮੰਨ ਕੇ ਬਹਿ ਗਏ। ਅਸਲ ਵਿੱਚ ਜੋ ਸਨਾਤਨ ਧਰਮ ਹੈ ਖਾਲਸਾ ਜੀ, ਉਹਦੇ ਵਿੱਚ ਵੇਦਾਂ ਵਿੱਚ ਮੂਰਤੀ ਪੂਜਾ ਬਿਲਕੁਲ ਨਹੀਂ ਹੈ। ਚਾਰਾਂ ਵੇਦਾਂ ਦਾ ਤੁਸੀਂ ਪਾਠ ਕਰ ਲਓ, ਵੇਦਾਂ 'ਚ ਤੁਹਾਨੂੰ ਮੂਰਤੀ ਪੂਜਾ ਦਾ ਕੋਈ ਹੁਕਮ ਨਹੀਂ ਮਿਲਦਾ। ਸ਼ਾਸਤਰਾਂ ਵਿੱਚ ਵੀ ਮੂਰਤੀ ਪੂਜਾ ਦਾ ਕੋਈ ਜ਼ਿਕਰ ਨਹੀਂ ਮਿਲਦਾ। ਮੂਰਤੀ ਪੂਜਾ ਤਾਂ ਸ਼ੁਰੂ ਹੋਈ ਹੈ ਕੋਈ 2-2.5 ਹਜ਼ਾਰ ਸਾਲ ਹੋਏ ਨੇ। ਉਹਦਾ ਕਾਰਨ ਇਹ ਬਣਿਆ ਸੀ, ਜੋ ਦਸਮ ਪਾਤਸ਼ਾਹ ਜੀ ਨੇ ਕਥਾ ਲਿਖੀ ਹੈ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ 24 ਅਵਤਾਰਾਂ ਦੀ ਭੂਮਿਕਾ ਦੇ ਵਿੱਚ ਬਹੁਤ ਡੂੰਘੀ ਫਿਲਾਸਫੀ ਹੈ, ਜਿਹੜੀ ਅੱਜ ਨਾ ਸਮਝਣ ਕਰਕੇ ਦਸਮ ਦੀ ਬਾਣੀ ਤੇ ਲੋਕਾਂ ਨੂੰ ਸ਼ੰਕਾ ਹੋ ਜਾਂਦਾ ਹੈ। ਕਲਗੀਧਰ ਕਹਿੰਦੇ ਇਸ ਸੰਸਾਰ ਦਾ ਕਰਤਾ ਇੱਕੋ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਹੈ। ਉਹ ਅਕਾਲ ਪੁਰਖ ਇਸ ਸੰਸਾਰ ਦੇ ਵਿੱਚ ਚੰਗੇ ਔਰ ਮਾੜੇ ਸਭ ਤਰ੍ਹਾਂ ਦੇ ਲੋਕਾਂ ਨੂੰ ਪੈਦਾ ਕਰ ਰਿਹਾ ਹੈ, ਕਿਉਂਕਿ ਚੰਗੇ ਤੋਂ ਮਾੜੇ ਦੀ, ਮਾੜੇ ਤੋਂ ਚੰਗੇ ਦੀ ਪਛਾਣ ਹੁੰਦੀ ਹੈ। ਜੇ ਸਾਰੇ ਹੀ ਚੰਗੇ ਹੋ ਜਾਣ, ਚੰਗਿਆਂ ਦੀ ਕੋਈ ਕਦਰ ਨਹੀਂ। ਸਾਰੇ ਮਾੜੇ ਹੋ ਜਾਣ ਤੇ ਮਾੜਿਆਂ ਦੀ ਪਛਾਣ ਕਿਵੇਂ ਉਹ ਕਰੋਗੇ? ਦਿਨ ਦੀ ਪਛਾਣ ਰਾਤ ਕਰਕੇ, ਰਾਤ ਦੀ ਪਛਾਣ ਦਿਨ ਕਰਕੇ ਹੈ। ਦੋ ਤਰ੍ਹਾਂ ਦੀਆਂ ਤਾਕਤਾਂ ਚਾਹੀਦੀਆਂ। ਪਰਮੇਸ਼ਰ ਨੇ ਦੇਵਤੇ ਦੇ ਦੈਂਤ ਪੈਦਾ ਕੀਤੇ ਸੰਸਾਰ ਦੇ ਵਿੱਚ, ਚੰਗੇ ਮਾੜੇ। ਉਹ ਪਰਮੇਸ਼ਰ ਦੀ ਖੇਡ ਵਰਤ ਗਈ ਕਿ ਜਿਹੜੇ ਵੇਦ ਸਨ, ਵੇਦਾਂ ਨੂੰ ਪੜ੍ਹ ਕੇ, ਉਹਨਾਂ ਦੇ ਮੰਤਰਾਂ ਨੂੰ ਜਪ ਕੇ, ਸਾਧਨਾ ਕਰਕੇ ਜਿਹੜੇ ਵੇਦਾਂ ਦੇ ਅਨੁਗਾਮੀ ਸਨ, ਉਹਨਾਂ 'ਚ ਸ਼ਕਤੀ ਆਉਂਦੀ ਸੀ। ਖਾਲਸਾ ਜੀ, ਤੁਸੀਂ 10-20 ਮਿੰਟ ਨਾਮ ਜਪਦੇ ਹੋ, ਤੁਹਾਡੇ ਅੰਦਰ ਇੱਕ ਊਰਜਾ ਆਉਂਦੀ ਕਿ ਨਹੀਂ ਆਉਂਦੀ? 15 ਮਿੰਟ ਅਸੀਂ ਜਪਦੇ ਹਾਂ, 15 ਮਿੰਟ 'ਚ ਪਤਾ ਲੱਗਦਾ ਵੀ ਕੁਝ ਅੰਦਰ ਹੋਇਆ। ਉਹ ਤਾਂ ਕਈ ਸਾਲ ਜਪਦੇ ਸਨ, ਬੜੇ ਭਾਰੀ ਤਪੱਸਵੀ ਸਨ। ਜਦੋਂ ਉਹ ਜਪਦੇ ਸਨ, ਉਹਨਾਂ 'ਚ ਸ਼ਕਤੀ ਆਉਂਦੀ ਸੀ, ਉਹ ਰਾਜ ਕਰਦੇ ਸਨ ਤੇ ਧਰਮ ਦਾ ਰਾਜ ਕਰਦੇ ਸਨ। ਉਹ ਜਿਹੜੀ ਚੀਜ਼ ਸੀ ਉਹ ਆ ਗਈ ਉਹਨਾਂ ਲੋਕਾਂ ਦੇ ਹੱਥ ਜਿਨ੍ਹਾਂ ਨੇ ਆਖਿਆ ਵੀ ਇਹ ਸ਼ਕਤੀ ਪ੍ਰਾਪਤ ਕਰਕੇ ਆਪਾਂ ਰਾਜ ਕਰਾਂਗੇ। ਉਹਨਾਂ ਦੀ ਬਿਰਤੀ ਰਾਖਸ਼ਾਂ ਵਾਲੀ ਹੋ ਗਈ। ਦੇਵਤੇ ਰਾਖਸ਼ ਬਣ ਜਾਂਦੇ, ਰਾਖਸ਼ ਦੇਵਤੇ ਬਣ ਜਾਂਦੇ। ਬੰਦੇ ਦੀ ਸੁਰਤ ਦਾ ਪਤਾ ਨਹੀਂ ਕਿਹੜੇ ਵੇਲੇ ਕਿੱਧਰ ਨੂੰ ਪਲਟ ਜਾਂਦੀ ਹੈ। ਇਹ ਅੰਦਰ ਹੀ ਸਾਡੇ, ਦੇਵਤਾ ਵੀ ਸਾਡੇ ਅੰਦਰ ਹੀ ਰਹਿੰਦਾ, ਦੈਂਤ ਵੀ ਸਾਡੇ ਅੰਦਰ ਰਹਿੰਦਾ। ਜਦੋਂ ਸਾਡੇ ਖਿਆਲ ਮਾੜੇ ਬਣ ਜਾਂਦੇ ਉਦੋਂ ਦੈਂਤ ਆ ਜਾਂਦੇ ਆ, ਜਦੋਂ ਖਿਆਲ ਚੰਗੇ ਆ ਜਾਂਦੇ ਦੇਵਤਾ ਬਣ ਜਾਈਦਾ। ਸੋ ਇਹੋ ਜਿਹਾ ਸਮਾਂ ਆ ਗਿਆ ਵੀ ਅਸੁਰਨ ਰੂਪ ਧਰੇ ਸਭ ਛਤਰਨ। ਛਤਰੀ ਜਿਹੜੇ ਰਾਜੇ ਸੀਗੇ ਉਹ ਰਾਖਸ਼ ਬਣ ਗਏ, ਆਪਣੀ ਪ੍ਰਜਾ ਨੂੰ ਹੀ ਮਾਰਨ ਲੱਗ ਪਏ। ਕਾਲ ਪੁਰਖ ਨੇ, ਜੋ ਸ੍ਰਿਸ਼ਟੀ ਨੂੰ ਰਚਣ ਵਾਲਾ ਕਾਲ ਪੁਰਖ ਹੈ, ਉਸਨੇ ਵਿਸ਼ਨੂੰ ਨੂੰ ਕਿਹਾ, ਜਾ ਤੂੰ ਅਰਹੰਤ ਦਾ ਰੂਪ ਧਾਰਨ ਕਰ ਲੈ, ਅਰਿਹੰਤ ਬਣ ਜਾ। ਅਰਿਹੰਤ ਜੈਨੀਆਂ ਦਾ ਸਭ ਤੋਂ ਪਹਿਲਾ ਤੀਰਥੰਕਰ ਹੋਇਆ। ਤੂੰ ਦੁਨੀਆ ਨੂੰ ਇਹ ਕਹਿ ਦੇ ਵੀ ਰੱਬ ਕੋਈ ਨਹੀਂ ਹੈ, ਪਰਮਾਤਮਾ ਕੋਈ ਨਹੀਂ ਹੈ, ਕਰਤਾ ਪੁਰਖ ਕੋਈ ਨਹੀਂ ਹੈ, ਤੇ ਤੂੰ ਲੋਕਾਂ ਨੂੰ ਇਹ ਪ੍ਰਚਾਰ ਕਰ ਦੇ ਵੀ ਜਿਵੇਂ ਕਣਕ ਤੋਂ ਕਣਕ ਪੈਦਾ ਹੋ ਜਾਂਦੀ, ਬੰਦੇ ਤੋਂ ਬੰਦਾ ਪੈਦਾ ਹੋ ਜਾਂਦਾ, ਆਪਰ ਨਾ ਕਰਤਾ ਕੋਏ, ਕਰਤਾ ਪੁਰਖ ਕੋਈ ਨਹੀਂ ਹੈ। ਆਹ ਜਿਹੜੇ ਪੰਡਤ ਨੇ ਇਹ ਠੱਗ ਨੇ, ਜਿਹੜੇ ਆ ਵੇਦ ਨੇ ਇਹ ਝੂਠ ਦੀਆਂ ਕਿਤਾਬਾਂ ਨੇ, ਜਿਹੜੇ ਮੰਦਰ ਨੇ ਝੂਠ ਦੀਆਂ ਦੁਕਾਨਾਂ ਨੇ। ਤੇ ਯੱਗ ਕਰਨੇ ਬੰਦ ਕਰ ਦਿਓ, ਹਿੰਸਾ ਹੁੰਦੀ ਹੈ। ਉਹ ਜੈਨੀਆਂ ਦਾ ਗੁਰੂ ਜਦੋਂ ਆਇਆ, ਵਿਸ਼ਨੂੰ ਹੀ ਸੀਗਾ, ਉਹ ਅਕਾਲ ਪੁਰਖ ਤੋਂ ਉਹਨੂੰ ਤਾਕਤ ਮਿਲੀ ਸੀ। ਜਿਹੜੇ ਬੰਦੇ ਨੂੰ ਰੱਬ ਵੱਲੋਂ ਤਾਕਤ ਮਿਲੀ ਉਹਦੀ ਗੱਲ ਸਾਰਿਆਂ ਨੂੰ ਮੰਨਣੀ ਪੈਂਦੀ, ਪ੍ਰਭਾਵ ਹੁੰਦਾ ਉਹਦੀ ਗੱਲ ਵਿੱਚ, ਭਾਵੇਂ ਉਹ ਪੁੱਠੀ ਕਰੇ ਭਾਵੇਂ ਸਿੱਧੀ ਕਰੇ। ਅੱਜ ਸਾਡੇ ਵਿੱਚ ਵੀ ਉਹੀ ਸ਼ਕਤੀਆਂ ਆ ਕੇ ਜਦੋਂ ਪ੍ਰਚਾਰ ਕਰਦੀਆਂ ਨਾ, ਤੇ ਬੜੀ ਸੰਗਤ ਕਹਿੰਦੀ ਵਾਹ ਵਾਹ ਵਾਹ, ਬੜੀ ਨਵੀਂ ਗੱਲ ਦੱਸੀ ਹੈ, ਬੜੀ ਵਧੀਆ ਗੱਲ ਦੱਸੀ ਹੈ। ਭਾਵੇਂ ਪੁੱਠੇ ਪਾਸੇ ਤੋਰਦੇ ਆ, ਪਰ ਕਿਉਂ? ਪਰਮੇਸ਼ਰ ਨੇ ਉਹਨਾਂ ਨੂੰ ਤਾਕਤ ਦਿੱਤੀ ਹੋਈ ਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੋਈ ਨਾ ਕੋਈ ਕਲਾ ਵਰਤਦੀ, ਹੁਕਮ ਦੀ ਹੈ ਸਾਰੀ। ਐਸੀ ਮੱਤ ਦਿੱਤੀ, ਪੁੱਠਾ ਕਰਤਾ ਸਾਰਾ ਹਿੰਦੁਸਤਾਨ। ਸਾਰੇ ਵੇਦਾਂ ਦੇ ਉਲਟ ਹੋ ਗਏ, ਪਰਮੇਸ਼ਰ ਨੂੰ ਮੰਨਣ ਤੋਂ ਇਨਕਾਰੀ ਹੋ ਗਏ, ਨਾਸਤਕ ਹੋ ਗਏ। ਨਾਸਤਕ ਮਤ ਉਪਰਾਜਨ ਕੀਨਾ। ਜਦੋਂ ਸਾਰੇ ਨਾਸਤਕ ਹੋ ਗਏ, ਉਹ ਜਿਹੜੀ ਵੇਦਾਂ ਦੇ ਵਿੱਚ ਸੂਖਸ਼ਮ ਗੱਲ ਸਮਝਾਈ ਜਾਂਦੀ ਸੀ ਉਹ ਸਮਝ ਵਿੱਚ ਆਉਣੋਂ ਹਟ ਗਈ। ਉਹ ਜਿਹੜੀ ਸ਼ਕਤੀ ਪੈਦਾ ਕਰ ਲੈਂਦੇ ਸੀ ਰਾਜ ਕਰਨ ਲਈ, ਉਹ ਸ਼ਕਤੀ ਤੋਂ ਵੀ ਹੀਣੇ ਹੋ ਗਏ। ਪਰਮੇਸ਼ਰ ਨੇ ਫਿਰ ਕਾਲ ਪੁਰਖ ਨੇ ਬੁਲਾ ਕੇ ਰਿਸ਼ੀਆਂ ਮੁਨੀਆਂ ਨੂੰ ਆਖਿਆ, ਹੁਣ ਇਹਨਾਂ ਨੂੰ ਸਿੱਧੇ ਰਸਤੇ ਵਿੱਚ ਪਾਓ ਜਾ ਕੇ।
ਕਹਿੰਦੇ ਕਿੱਦਾਂ? ਕਹਿੰਦੇ ਇਹਨਾਂ ਨੂੰ ਦੱਸੋ ਵੀ ਜੋ ਵੇਦਾਂ 'ਚ ਲਿਖਿਆ ਉਹ ਸੱਚ ਹੈ। ਉਹ ਆ ਗਏ ਰਿਸ਼ੀ ਮੁਨੀ ਮਹਾਂਪੁਰਸ਼, ਉਹਨਾਂ ਨੇ ਆ ਕੇ ਸਮਝਾਇਆ, ਉਹ ਭਾਈ ਇਹ ਕਿਹੜੇ ਜੈਨੀਆਂ ਦੇ ਚੱਕਰ 'ਚ ਪੈ ਗਏ ਹੋ? ਤੁਸੀਂ ਆਪਣੇ ਗ੍ਰੰਥਾਂ ਦੀ ਗੱਲ ਸੁਣੋ, ਪੁਰਾਣੇ ਗ੍ਰੰਥਾਂ ਨੂੰ ਪੜ੍ਹੋ। ਜਦੋਂ ਉਹਨਾਂ ਨੇ ਉਹ ਗ੍ਰੰਥਾਂ ਦੀ ਵਿਆਖਿਆ ਕੀਤੀ, ਲੋਕਾਂ ਦੀ ਬੁੱਧੀ ਹੋ ਗਈ ਸੀ ਮੋਟੀ, ਉਹ ਗੱਲ ਸਮਝ ਨਹੀਂ ਆਉਂਦੀ ਸੀ। ਹੁਣ ਵੀ ਸਾਧ ਸੰਗਤ ਜੀ, ਗੁਰਬਾਣੀ ਦੀ ਕਥਾ ਸਾਨੂੰ ਔਖੀ ਲੱਗਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰੀਏ, ਗੁਰੂ ਦਸਮ ਦੀ ਕਥਾ ਕਰੀਏ, ਸਮਝ ਨਹੀਂ ਆਉਂਦੀ, ਉੱਪਰੋਂ ਲੰਘ ਜਾਂਦੀ ਬਹੁਤਿਆਂ ਦੇ। ਜੇ ਸਾਖੀਆਂ ਜਿਹੀਆਂ ਸੁਣਾਈਏ ਫਿਰ ਸਾਰੇ ਕੰਨ ਖੜੇ ਕਰਕੇ ਸੁਣਦੇ ਆ। ਜਿਹੜੀ ਬਰੀਕ ਗੱਲ ਹੈ ਉਹ ਸਮਝ ਨਹੀਂ ਆਉਂਦੀ। ਤੋ ਐਸੀ ਨਾਸਤਿਕ ਭ੍ਰਾਂਤੀ ਹੋ ਗਈ ਸਾਰੇ ਪਾਸੇ। ਉਹ ਜਿਹੜੀ ਗੱਲ ਸੀ ਨਾ, ਵੇਦਾਂ ਦੇ ਵਿੱਚ ਮੈਥਡ ਸੀਗੇ, ਉਹ ਮੈਥਡ ਲੋਕਾਂ ਨੂੰ ਸਮਝ ਨਹੀਂ ਆਏ। ਫਿਰ ਉਹਨਾਂ ਨੇ ਆਖਿਆ ਵੀ ਰਿਸ਼ੀਆਂ ਮੁਨੀਆਂ ਨੇ ਸੋਚਿਆ ਇਹਨਾਂ ਨੂੰ ਹੁਣ ਨਾ ਕੋਈ ਬਣਾ ਕੇ ਦਿਖਾਈਏ ਵੀ ਇੱਦਾਂ ਦੇ ਹੁੰਦੇ ਆ ਦੇਵਤੇ। ਫਿਰ ਉਹਨਾਂ ਨੇ ਮੂਰਤੀਆਂ ਪੱਥਰ ਦੀਆਂ ਬਣਾ ਕੇ ਰੱਖਤੀਆਂ ਵੀ ਇੱਦਾਂ ਦਾ, ਇਹਦਾ ਧਿਆਨ ਕਰੋ। ਜਦੋਂ ਕਿਸੇ ਚੀਜ਼ ਦਾ ਤੁਸੀਂ ਧਿਆਨ ਕਰੋਗੇ ਉਹਦਾ ਕੁਛ ਨਾ ਕੁਛ ਤਾਂ ਸਮਝ ਆਏਗੀ ਨਾ। ਜਿਵੇਂ ਅੱਜ ਸਾਡੇ ਸਿੱਖਾਂ 'ਚ ਫਿਲਮਾਂ ਦਾ ਰਿਵਾਜ਼ ਚੱਲਿਆ ਥੋੜ੍ਹੇ ਸਾਲਾਂ ਤੋਂ। ਕਿਉਂ? ਸਾਡੀ ਮਜਬੂਰੀ ਬਣ ਗਈ ਹੈ ਕਿ ਗੁਰਬਾਣੀ ਸਾਡੀ ਸਮਝ ਤੋਂ ਉੱਪਰ ਚਲੀ ਗਈ ਹੈ ਅਤੇ ਅੱਜ ਸਾਨੂੰ ਫਿਲਮਾਂ ਦਾ ਆਸਰਾ ਲੈਣਾ ਪੈ ਰਿਹਾ। ਇਹ ਸੱਚਾਈ ਹੈ। ਇਹਨੂੰ ਗੱਲ ਨੂੰ ਤੁਸੀਂ ਬਰੀਕੀ ਨਾਲ ਸਮਝੋਗੇ ਵੀ ਜਿੰਨਾ ਚਿਰ ਸਾਡੀ ਬਿਰਤੀ ਸੂਖਮ ਸੀਗੀ, ਸਾਨੂੰ ਕਿਸੇ ਫਿਲਮ ਦੀ ਲੋੜ ਨਹੀਂ ਸੀ, ਆਪੇ ਹੀ ਸਮਝ ਆਉਂਦੀ ਸੀ ਗੱਲ। ਅੱਜ ਸਾਡੀ ਬਿਰਤੀ ਹੋ ਗਈ ਸਥੂਲ, ਅਤੇ ਗੱਲ ਸਮਝਾਉਣ ਲਈ ਬੜੀ ਬਰੀਕੀ ਚਾਹੀਦੀ ਹੈ। ਇਤਿਹਾਸ ਪੜ੍ਹਨ ਦਾ, ਇਤਿਹਾਸ ਖੋਜਣ ਦਾ ਟਾਈਮ ਨਹੀਂ ਰਿਹਾ। ਉਹਨਾਂ ਰਿਸ਼ੀਆਂ ਮੁਨੀਆਂ ਨੇ ਲੋਕਾਂ ਨੂੰ ਸਮਝਾਉਣ ਲਈ ਉਸ ਵੇਲੇ ਮੂਰਤੀਆਂ ਬਣਾ ਦਿੱਤੀਆਂ, ਲੋਕ ਪੂਜਣ ਲੱਗ ਪਏ। ਹਾਲਾਂਕਿ ਮੂਰਤੀ ਪੂਜਾ ਵੇਦਾਂ ਵਿੱਚ ਨਹੀਂ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਤੁਸੀਂ ਜੇ ਵੇਦਾਂ ਦੇ ਅੰਦਰਲੇ ਗਿਆਨ ਨੂੰ ਸਮਝੋ, ਗੁਰੂ ਅਮਰਦਾਸ ਜੀ ਦਾ ਬਚਨ ਹੈ, ਵੇਦਾਂ ਮੈਂ ਨਾਮ ਉੱਤਮ। ਵੇਦਾਂ ਵਿੱਚ ਤਾਂ ਬ੍ਰਹਮ ਗਿਆਨ ਹੈ, ਉਹਨੂੰ ਕੋਈ ਨਹੀਂ ਸੁਣਦਾ, ਸੋ ਸੁਣੈ ਨਾਹੀਂ। ਫਿਰਹਿ ਜਿਉਂ ਬੇਤਾਲਿਆ, ਅਤੇ ਮੂਰਤੀ ਦੇ ਮਗਰ ਲੱਗੇ ਦੁੱਧ ਦਹੀਂ ਦੇ ਨਾਲ ਨਵਾਈ ਜਾਂਦੇ ਆ। ਦੇਹ ਤੇਰੀ ਦੀ ਦੁੱਧ ਬੰਦੇ ਨੂੰ ਨਹੀਂ ਪੀਣ ਨੂੰ ਦਿੰਦੇ ਅਤੇ ਮੂਰਤੀ ਨੂੰ ਨਵਾਈ ਜਾਂਦੇ ਆ। ਸਤਿਗੁਰੂ ਕਹਿੰਦੇ ਕਾਹੇ ਕੋ ਪੂਜਤ ਪਾਹਨ ਕੋ। ਓਏ ਤੁਸੀਂ ਪੱਥਰਾਂ ਨੂੰ ਕਿਉਂ ਪੂਜਦੇ ਹੋ? ਕਛ ਪਾਹਨ ਮੈਂ ਪਰਮੇਸ਼ਰ ਨਾਹੀ। ਪੱਥਰਾਂ 'ਚ ਪਰਮੇਸ਼ਰ ਕੋਈ ਨਹੀਂ ਹੈ। ਪਰਮੇਸ਼ਰ ਤੇ ਤੁਹਾਡੇ ਅੰਦਰ ਬੈਠਾ, ਤੁਸੀਂ ਉਹਨੂੰ ਤਾਂ ਵੇਖਿਆ ਹੀ ਨਹੀਂ ਕਦੀ। ਰੱਬ ਹਰ ਇਨਸਾਨ ਦੇ ਵਿੱਚ ਹੈ, ਉਹ ਨਹੀਂ ਦਿਸਦਾ, ਪਰ ਪੱਥਰ 'ਚ ਦਿਸਦਾ ਪਿਆ। ਉਲਟਾ ਹੀ ਗੇੜਾ ਪੈ ਗਿਆ। ਰਿਸ਼ੀਆਂ ਮੁਨੀਆਂ ਨੇ ਤਾਂ ਕੁਝ ਸਮਝਾਉਣ ਵਾਸਤੇ ਵੀ ਥੋੜ੍ਹਾ ਧਿਆਨ ਲਾਉਣਗੇ, ਬਿਰਤੀ ਅੰਤਰਮੁਖੀ ਹੋਵੇਗੀ, ਉਹ ਉਲਟਾ ਹੋਰ ਬਾਹਰ ਮੁਖੀ ਹੋ ਗਈ ਲੋਕਾਂ ਦੀ। ਉਸੇ ਨੂੰ ਹੀ ਪੂਜਣ ਲੱਗ ਪਏ, ਮੂਰਤੀਆਂ ਨੂੰ ਹੀ ਰੱਬ ਸਮਝ ਕੇ ਬੈਠ ਗਏ। ਤਾਹੀ ਕੋ ਪੂਜ ਪ੍ਰਭੂ ਕਰ ਕੈ। ਮਹਾਰਾਜ ਕਹਿੰਦੇ ਉਸੇ ਨੂੰ ਮਾਲਕ ਸਮਝ ਕੇ, ਵਾਹਿਗੁਰੂ ਸਮਝ ਕੇ, ਪ੍ਰਭੂ ਕਰਕੇ ਪੂਜਣਾ ਕਰ। ਜਿਹ ਪੂਜਤ ਹੀ ਆਗ ਓਗ ਮਿਟਾਹੀ। ਜਿਹਦੀ ਪੂਜਾ ਕਰਕੇ ਸਾਰੇ ਪਾਪ ਮਿਟ ਜਾਂਦੇ ਆ। ਅਗ ਓਗ ਵੱਡੇ ਵੱਡੇ ਵਜਰ ਪਾਪ ਨਾਮ ਜਪ ਕੇ ਮਿਟਦੇ ਆ। ਤੇ ਨਾਮ ਤੁਸੀਂ ਜਪਦੇ ਨਹੀਂ, ਮੂਰਤੀਆਂ ਨੂੰ ਪੂਜੀ ਜਾਂਦੇ ਹੋ। ਆਦ ਬਿਆਦ ਕੇ ਬੰਧਨ ਜੇਤਕ। ਆਦੀਆਂ ਵਿਆਦੀਆਂ ਜਿਹੜੀਆਂ ਚਿਮੜੀਆਂ ਹੋਈਆਂ ਨੇ, ਜੀਵ ਨੂੰ ਬੰਧਨ ਪਏ ਹੋਏ ਨੇ। ਨਾਮ ਕੇ ਲੇਤ ਸਭੈ ਛੁੱਟ ਜਾਹੀ। ਆਦੀ ਵਿਆਦੀ ਉਪਾਦੀ ਤਿੰਨ ਪ੍ਰਕਾਰ ਦੇ ਤਾਪ ਹਨ। ਮਾਨਸਿਕ ਤਾਪ, ਸਰੀਰਕ ਤਾਪ, ਸਮਾਜਿਕ ਤਾਪ। ਮਾਨਸਿਕ ਤੌਰ 'ਤੇ ਕੋਈ ਰੋਗ ਲੱਗ ਜਾਣਾ, ਕੋਈ ਭੂਤ ਪ੍ਰੇਤ ਚਿਮੜ ਜਾਣਾ, ਕੋਈ ਅੰਦਰ ਦੇ ਵਿੱਚ ਮਨ ਦੇ ਵਿੱਚ ਕੋਈ ਵਹਿਮ ਪੈ ਜਾਣਾ, ਇਹ ਬਹੁਤ ਵੱਡੀ ਬਿਮਾਰੀ ਹੈ। ਕਈਆਂ ਨੂੰ ਨੀਂਦ ਨਹੀਂ ਆਉਂਦੀ, ਕਈਆਂ ਨੂੰ ਚਿੰਤਾ ਹੀ ਖਾਈ ਜਾਂਦੀ ਹੈ। ਇਹ ਮਾਨਸਿਕ ਰੋਗ ਹਨ। ਸਰੀਰਕ ਤੌਰ 'ਤੇ ਕਿਸੇ ਨੂੰ ਕੋਈ ਬਿਮਾਰੀ ਲੱਗ ਜਾਣੀ, ਕਿਸੇ ਨੂੰ ਬਲੱਡ ਪ੍ਰੈਸ਼ਰ ਹਾਈ, ਕਿਸੇ ਨੂੰ ਲੋ, ਕਿਸੇ ਨੂੰ ਸ਼ੂਗਰ, ਕਿਸੇ ਨੂੰ ਹਾਰਟ ਅਟੈਕ, ਕਿਸੇ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ, ਕਿਸੇ ਦੀ ਲੱਤ ਬਾਂਹ ਟੁੱਟ ਗਈ, ਕਿਸੇ ਦਾ ਕੁਝ ਹੋ ਗਿਆ। ਸਰੀਰਕ ਤੌਰ 'ਤੇ ਵੀ ਬਿਮਾਰੀਆਂ ਬੜੀਆਂ ਹਨ। ਸਮਾਜਿਕ ਤੌਰ 'ਤੇ ਵੀ ਬਿਮਾਰੀਆਂ ਹਨ। ਸਮਾਜਿਕ ਤੌਰ 'ਤੇ ਕਿਤੇ ਲੜਾਈ ਹੋ ਗਈ, ਕਿਤੇ ਝਗੜਾ ਹੋ ਗਿਆ, ਕਿਸੇ ਨਾਲ ਦੁਸ਼ਮਣੀ ਪੈ ਗਈ, ਕਿਸੇ ਦਾ ਕਾਰੋਬਾਰ ਦੇ ਵਿੱਚ ਦਿੱਕਤ ਆ ਗਈ, ਕੰਮਕਾਰ ਰੁਕ ਗਿਆ, ਇਹ ਵੀ ਬੜੀ ਵੱਡੀ ਸਮੱਸਿਆ ਹਨ।
ਇਹ ਤਿੰਨ ਪ੍ਰਕਾਰ ਦੀਆਂ ਜਿਹੜੀਆਂ ਆਦੀਆਂ ਵਿਆਦੀਆਂ ਉਪਾਧੀਆਂ ਹਨ। ਗੁਰੂ ਗੋਬਿੰਦ ਸਿੰਘ ਕਲਗੀਧਰ ਕਹਿੰਦੇ ਨਾਮ ਕੇਲੇਤ ਸਭੈ ਛੁਟ ਜਾਹੀ। ਵਾਹਿਗੁਰੂ ਕਹਿਣ ਨਾਲ ਹੀ ਦੂਰ ਹੋ ਜਾਂਦੀਆਂ। ਆਦ ਵਿਆਦ ਉਪਾਦ ਰਸ ਕਬੋ ਨਾ ਟੂਟੈ ਤਾਪ। ਇਹ ਤਿੰਨ ਤਾਪ ਜਿਹੜੇ ਨੇ ਬੰਦੇ ਨੂੰ ਛੱਡਦੇ ਨਹੀਂ। ਜੋ ਜੋ ਦੀਸੈ ਸੋ ਸੋ ਰੋਗੀ। ਕਿਸੇ ਨੂੰ ਵੀ ਪੁੱਛ ਲਓ, ਕੋਈ ਬਿਮਾਰ ਮਾਨਸਿਕ ਤੌਰ 'ਤੇ ਬਿਮਾਰ ਹੈ, ਕੋਈ ਸਰੀਰਕ ਤਲ 'ਤੇ ਬਿਮਾਰ ਹੈ, ਅਤੇ ਕੋਈ ਸਮਾਜਿਕ ਤੌਰ 'ਤੇ ਸਰੀਰਕ ਬਿਮਾਰੀ ਹੁੰਦੀ ਹੈ, ਡਾਕਟਰਾਂ ਕੋਲ ਜਾਈਦਾ, ਹਸਪਤਾਲਾਂ ਵਿੱਚ ਜਾਈਦਾ। ਸਮਾਜਿਕ ਬਿਮਾਰੀ ਹੁੰਦੀ ਹੈ ਅਤੇ ਵਕੀਲਾਂ ਕੋਲ ਜਾਈਦਾ। ਉਹ ਜਾ ਕੇ ਕੋਰਟ ਕਚਹਿਰੀ 'ਚ ਮੁਕੱਦਮਾ ਲੜਦੇ ਨੇ, ਖਹਿੜਾ ਛਡਾਉਣ ਅਤੇ ਛੁੱਟੇ, ਨਹੀਂ ਤਾਂ ਭੁਗਤੀ ਜਾਓ ਤਰੀਕਾਂ। ਅਤੇ ਜੇ ਸਜ਼ਾ ਹੋ ਜਾਏ ਜੇਲ੍ਹ ਕੱਟੋ। ਉਹ ਤੀਸਰੀ ਜਿਹੜੀ ਹੈ ਮਾਨਸਿਕ, ਉਹ ਜ਼ਿਆਦਾ ਖਤਰਨਾਕ ਹੁੰਦੀ ਹੈ। ਨਾ ਉਹਦਾ ਡਾਕਟਰਾਂ ਨੂੰ ਸਮਝ ਆਉਂਦੀ ਹੈ, ਨਾ ਵਕੀਲਾਂ ਨੂੰ ਸਮਝ ਆਉਂਦੀ ਹੈ। ਉਹ ਗੁਰੂ ਸਾਹਿਬ ਹੀ ਕਿਰਪਾ ਕਰਨ ਤੇ ਮਨ ਦੀ ਚਿੰਤਾ ਦੂਰ ਹੁੰਦੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੋ ਨਾਮ ਜਪਣ ਨਾਲ ਤਿੰਨੇ ਹੀ ਕੱਟੇ ਜਾਂਦੇ ਆ। ਆਦ ਬਿਆਦ ਕੇ ਬੰਧਨ ਜੇ ਤੱਕ ਨਾਮ ਕੇ ਲੇਤ ਸਭੈ ਛੁਟ ਜਾਹੀ। ਦਸਮ ਪਾਤਸ਼ਾਹ ਕਹਿੰਦੇ ਪਰਮੇਸ਼ਰ ਦਾ ਨਾਮ ਲੈਣ ਨਾਲ ਇਹ ਸਾਰੇ ਬੰਧਨ ਛੁੱਟ ਜਾਂਦੇ, ਕੱਟੇ ਜਾਂਦੇ ਹਨ। ਤਾਹੀ ਕੋ ਧਿਆਨ ਪ੍ਰਮਾਨ ਸਦਾ। ਇਹ ਭਾਈ ਉਸ ਵਾਹਿਗੁਰੂ ਦੇ ਧਿਆਨ ਨੂੰ ਹੀ ਅਸੀਂ ਪ੍ਰਮਾਣਿਕ ਮੰਨਿਆ ਹੈ। ਅਸੀਂ ਮੂਰਤੀਆਂ ਦਾ ਧਿਆਨ ਨਹੀਂ ਕਰਦੇ, ਅਸੀਂ ਵਿਖਾਵੇ ਦਾ ਧਿਆਨ ਵੀ ਨਹੀਂ ਕਰਦੇ। ਅਸੀਂ ਤਾਂ ਉਸ ਪਰਮ ਪਰਮਾਤਮਾ ਵਾਹਿਗੁਰੂ ਜੋਤੀ ਸਰੂਪ ਦਾ ਹਰ ਵੇਲੇ ਧਿਆਨ ਪ੍ਰਮਾਣ ਕੀਤਾ ਹੈ। ਇਨ ਫੋਕਟ ਧਰਮ ਕਰੇ ਫਲ ਨਾਹੀ। ਇਹ ਜਿਹੜੇ ਫੋਕਟ ਵਿਖਾਵੇ ਦੇ ਧਰਮ ਲੋਕ ਕਰੀ ਜਾਂਦੇ ਹਨ, ਇਹਨਾਂ ਫੋਕਟ ਧਰਮਾਂ ਦਾ, ਵਿਖਾਵੇ ਦੇ ਕਰਮ ਕਾਂਡਾਂ ਦਾ ਕੋਈ ਫਲ ਨਹੀਂ ਨਿਕਲਣਾ। ਨਾ ਮੂਰਤੀ ਪੂਜਾ ਵਿੱਚੋਂ ਕੁਝ ਪ੍ਰਾਪਤੀ ਹੋਣੀ ਹੈ, ਨਾ ਵਿਖਾਵੇ ਦਾ ਧਿਆਨ ਲਾਉਣ ਨਾਲ ਹੋਣੀ ਹੈ, ਨਾ ਸੁਆਹ ਮਲਣ ਨਾਲ ਹੋਣੀ ਹੈ। ਪ੍ਰਾਪਤੀ ਤਾਂ ਪਰਮੇਸ਼ਰ ਵਾਹਿਗੁਰੂ ਦੇ ਨਾਲ ਸੱਚਾ ਪਿਆਰ ਕਰਕੇ ਹੋਣੀ ਹੈ। ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਗੱਲ ਡੰਕੇ ਦੀ ਚੋਟ 'ਤੇ ਦਸ਼ਮੇਸ਼ ਪਿਤਾ ਜੀ ਮਹਾਰਾਜ ਸਮਝਾਉਂਦੇ ਹਨ। ਸੋ ਸਾਧ ਸੰਗਤ ਜੀ, ਇਹ ਸਤਿਗੁਰਾਂ ਦੇ ਸਵਈਏ ਹੁਣ ਪਖੰਡ ਦਾ ਖੰਡਨ ਕਰ ਰਹੇ ਨੇ, ਕਿਸੇ ਧਰਮ ਦਾ ਖੰਡਨ ਨਹੀਂ ਹੈ। ਕਈ ਲੋਕ ਬਾਣੀ ਦਾ ਅਰਥ ਨਾ ਹੋਰ ਤਰ੍ਹਾਂ ਲੈ ਲੈਂਦੇ ਆ। ਉਹ ਕਹਿੰਦੇ ਦੇਖੋ ਜੀ ਮਹਾਰਾਜ ਨੇ ਹਿੰਦੂਆਂ ਦਾ ਖੰਡਨ ਕੀਤਾ, ਮੁਸਲਮਾਨਾਂ ਦਾ ਖੰਡਨ ਕੀਤਾ। ਬਿਲਕੁਲ ਐਸੀ ਗੱਲ ਨਹੀਂ। ਹਿੰਦੂਆਂ ਮੁਸਲਮਾਨਾਂ ਦੇ ਕਿਸੇ ਧਰਮ ਦਾ ਗੁਰੂ ਸਾਹਿਬ ਖੰਡਨ ਨਹੀਂ ਕਰਦੇ। ਮਹਾਰਾਜ ਇਨਸਾਨ ਦੀ ਕਮਜ਼ੋਰੀ ਦਾ ਖੰਡਨ ਕਰਦੇ ਆ, ਜਿਹੜੀ ਇਨਸਾਨ ਦੇ ਹਰ ਧਰਮ ਦੇ ਵਿੱਚ ਆ ਹੀ ਜਾਂਦੀ। ਇਨਸਾਨ ਭਾਵੇਂ ਕਿਸੇ ਧਰਮ ਚਲਾ ਜਾਵੇ, ਪਖੰਡ ਕਰਨ ਵਾਲਾ ਮੁਸਲਮਾਨਾਂ ਵਿੱਚ ਜਾਵੇ ਉੱਥੇ ਵੀ ਕਰੇਗਾ, ਪਖੰਡ ਕਰਨ ਵਾਲਾ ਹਿੰਦੂਆਂ 'ਚ ਜਾ ਕੇ ਬੈਠੇਗਾ ਉੱਥੇ ਵੀ ਕਰੇਗਾ, ਪਖੰਡ ਕਰਨ ਵਾਲਾ ਸਿੱਖਾਂ 'ਚ ਜਾ ਕੇ ਬੈਠੇ ਉੱਥੇ ਵੀ ਪਖੰਡ ਕਰੇਗਾ। ਉਹਨੇ ਕਰਨਾ ਹੀ ਕਰਨਾ। ਹੁਣ ਕੀ ਨਹੀਂ ਹੋ ਰਿਹਾ? ਸਾਰਾ ਕੁਝ ਸਾਡੇ ਵਿੱਚ ਹੈ ਕਿ ਨਹੀਂ? ਗੁਰੂ ਸਾਹਿਬ ਦੀ ਬਾਣੀ ਕਿਸੇ ਇੱਕ ਧਰਮ ਦਾ ਖੰਡਨ ਨਹੀਂ ਕਰਦੀ, ਕਿਸੇ ਮਰਿਆਦਾ ਦਾ ਵੀ ਖੰਡਨ ਨਹੀਂ ਕਰਦੀ। ਮਹਾਰਾਜ ਖੰਡਨ ਕਰਦੇ ਆ ਬੰਦੇ ਦੇ ਅੰਦਰ ਕੀ ਵਰਤ ਰਿਹਾ ਹੈ, ਸੱਚ ਹੈ ਕਿ ਝੂਠ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅੰਦਰ ਜੇ ਪ੍ਰੇਮ ਹੈ, ਅੰਦਰ ਜੇ ਸ਼ਰਧਾ ਹੈ ਤੇ ਗੱਲ ਹੋਰ ਹੈ। ਉਹ ਵੀ ਪੱਥਰ ਦੀ ਪੂਜਾ ਵੇਖੀ ਹੈ ਕਿ ਜਿੱਥੇ ਇੱਕ ਸਾਧ ਨੇ, ਇੱਕ ਧੰਨੇ ਜੱਟ ਨੇ ਸਧਾਰਨ ਭਾਵਨਾ ਦੇ ਨਾਲ ਉਹਨੇ ਆਖਿਆ ਜੇ ਦੁੱਧ ਪੀਏਗਾ ਤੇ ਮੈਂ ਪੀਵਾਂਗਾ, ਜੇ ਰੋਟੀ ਖਾਏਗਾ ਤੇ ਮੈਂ ਖਾਵਾਂਗਾ। ਉੱਥੇ ਉਹਨੇ ਪੱਥਰ ਜਾਂ ਮੂਰਤੀ ਦੀ ਗੱਲ ਨਹੀਂ, ਉੱਥੇ ਭਾਵਨਾ ਦੀ ਗੱਲ ਸੀ। ਉਹਨੇ ਭਾਵਨਾ ਜੋ ਰੱਬ ਪ੍ਰਗਟ ਕੀਤਾ। ਪਰ ਜਿੱਥੇ ਕੋਈ ਛੂ ਮੰਤਰ ਕਰਕੇ ਮੂਰਤੀ ਨੂੰ ਟੱਲੀ ਖੜਕਾ ਕੇ ਵੀ ਮੈਂ ਤਾਂ ਭਗਵਾਨ ਨੂੰ ਭੋਗ ਲਾ ਦਿੱਤਾ ਅਤੇ ਚੰਗਾ ਗੱਫਾ ਆਪ ਛਕ ਗਿਆ, ਅਤੇ ਲੋਕਾਂ ਨੇ ਕਿਹਾ ਬੜੇ ਪੰਡਿਤ ਜੀ ਪੁਜਾਰੀ ਨੇ ਭਗਵਾਨ ਦੇ, ਉਹਦੀ ਰੋਟੀ ਚੱਲ ਰਹੀ ਹੈ। ਉੱਥੇ ਉਹ ਪੱਥਰ ਹੀ ਹੈ, ਉਹ ਪੱਥਰ ਹੀ ਹੈ। ਆਖੋ ਸ੍ਰੀ ਵਾਹਿਗੁਰੂ। ਉਹ ਬੰਦਾ ਵੀ ਪੱਥਰ ਬਣ ਗਿਆ, ਉਹਨੂੰ ਪੱਥਰ ਨੂੰ ਪੂਜਦਾ। ਪਰ ਇੱਕ ਬੰਦਾ ਭਾਵਨਾ ਵਾਲਾ ਹੈ, ਜਿਹੜਾ ਉਹਦੇ 'ਚੋਂ ਰੱਬ ਨੂੰ ਪ੍ਰਗਟ ਕਰ ਰਿਹਾ ਹੈ, ਉਹਦਾ ਖੰਡਨ ਨਹੀਂ ਹੈ ਗੁਰਬਾਣੀ ਦੇ ਵਿੱਚ। ਉਹਦਾ ਖੰਡਨ ਨਹੀਂ ਹੈ, ਉਹਦੀ ਭਾਵਨਾ ਸੱਚੀ ਹੈ। ਪਰ ਜੇ ਕੋਈ ਭਾਵਨਾ ਤੋਂ ਬਿਨਾਂ ਕਰ ਰਿਹਾ ਤੇ ਉਹਨੂੰ ਮਹਾਰਾਜ ਜ਼ਰੂਰ ਉਹਦਾ ਕੰਨ ਮਰੋੜ ਦਿੰਦੇ ਆ। ਉਹ ਦੇਖ ਇੱਥੇ ਨਹੀਂ, ਇੱਦਾਂ ਨਹੀਂ, ਇੱਦਾਂ ਹੈ। ਸੋ ਸ੍ਰੀ ਕਲਗੀਧਰ ਪਿਤਾ ਜੀ ਦੇ ਪਾਵਨ ਬਚਨ
ਆਪਾਂ ਸਰਵਣ ਕੀਤੇ, ਸਤਿਗੁਰੂ ਕਿਰਪਾ ਕਰਨ, ਇਹ ਬਚਨ ਹਿਰਦੇ 'ਚ ਬਸਣ। ਜੋ ਵੀ ਅਸੀਂ ਕਰੀਏ ਸੱਚੀ ਭਾਵਨਾ ਨਾਲ ਕਰੀਏ, ਨਿਤਨੇਮ ਕਰੀਏ ਤਾਂ ਵੀ ਸੱਚੀ ਭਾਵਨਾ ਨਾਲ, ਨਾਮ ਜਪੀਏ ਤਾਂ ਵੀ ਸੱਚੀ ਭਾਵਨਾ ਨਾਲ, ਅਖੰਡ ਪਾਠ ਕਰੀਏ ਤਾਂ ਵੀ ਸੱਚੀ ਭਾਵਨਾ ਨਾਲ, ਕੀਰਤਨ ਕਰੀਏ, ਕਥਾ ਕਰੀਏ, ਸਾਡੀ ਭਾਵਨਾ ਸ਼ੁੱਧ ਬਣਾਵੇ ਮਹਾਰਾਜ। ਇਹ ਤਰਲਾ ਹੈ, ਇਹ ਅਰਦਾਸ ਹੈ। ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ, ਫਿਰ ਸਮਾਪਤੀ ਹੈ ਜੀ। ਆਦ ਬੇਆਦ ਕੇ ਬੰਧਨ ਜੇ ਤਕ ਨਾਮ ਕੇ ਲੇਤ ਸਭੈ ਛੁਟ ਜਾਹੀ, ਤਾਹੀ ਕੋ ਧਿਆਨ ਪਰਮਾਨ ਸਦਾ, ਇਨ ਫੋਕਟ ਧਰਮ ਕਰੇ ਫਲ ਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।